ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਬ੍ਰੇਨ ਔਨ ਟੀਵੀ ਦੇ ਸਰੋਤਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕਿ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਜਿਹੜੀਆਂ ਸੁਪੀਰੀਅਰ ਨੇਸ਼ਨਸ ਹੈਗੀਆਂ ਉਹ ਕਿਸ ਤਰੀਕੇ ਨਾਲ ਏਜੰਡਾ ਸੈੱਟ ਕਰਦੀਆਂ, ਕਿਸ ਤਰੀਕੇ ਨਾਲ ਉਹ ਨੈਰੇਟਿਵ ਦਿੰਦੀਆਂ। ਜਿਸ ਤਰ੍ਹਾਂ ਜਿਹੜੇ ਰੂਲਰਸ ਆ ਉਹ ਆਪਣੇ ਸਬਜੈਕਟਸ ਲਈ ਜਿਨ੍ਹਾਂ ਦੇ ਉੱਤੇ ਉਹ ਰਾਜ ਕਰਦੇ ਆ ਉਹਨਾਂ ਨੂੰ ਇੱਕ ਨੈਰੇਟਿਵ ਦਿੰਦੀਆਂ। ਜਿਹੜੇ ਸੁਪੀਰੀਅਰ ਲੋਕ ਆ ਉਹ ਇਨਫੀਰੀਅਰਸ ਨੂੰ ਇਸੇ ਤਰੀਕੇ ਨਾਲ ਨੈਰੇਟਿਵ ਦਿੰਦੀਆਂ। ਇਸੇ ਤਰੀਕੇ ਦੇ ਨਾਲ ਜਿਹੜਾ ਬ੍ਰਾਹਮਣ ਆ ਕਾਸਟ ਇੰਸਟੀਟਿਊਸ਼ਨ ਦੇ ਵਿੱਚ ਉਹ ਸ਼ੂਦਰਾਂ ਨੂੰ ਜਾਂ ਦੂਸਰੇ ਜਿਹੜੇ ਦਲਿਤ ਵਰਗ ਦੇ ਲੋਕ ਆ ਉਹਨਾਂ ਨੂੰ ਵੀ ਨੈਰੇਟਿਵ ਦਿੰਦੇ ਆ। ਇਹ ਇੱਕ ਸਾਈਕੋਲੋਜੀਕਲ ਵਾਰਫੇਅਰ ਦਾ ਪਾਰਟ ਆ। ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਡੀਮੋਰਲਾਈਜ਼ ਕਰਨਾ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡੀਮੋਰਲਾਈਜ਼ ਕਰਕੇ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਤੁਸੀਂ ਸਿਰਫ ਸਬਜੈਕਟ ਹੋ, ਤੁਸੀਂ ਸਿਰਫ ਉਹਨਾਂ ਦੀ ਈਨ ਹੀ ਮੰਨਣੀ ਹੈ, ਉਹਨਾਂ ਦਾ ਹੁਕਮ ਹੀ ਤੁਸੀਂ ਮੰਨਣਾ ਹੈ, ਉਸ ਤੋਂ ਵੱਧ ਤੁਹਾਡੀ ਕੋਈ ਔਕਾਤ ਨਹੀਂ ਇਸ ਸੈਟਅਪ ਦੇ ਵਿੱਚ ਜੇ ਤੁਸੀਂ ਸਰਵਾਈਵ ਕਰਨਾ। ਤੋ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਵੀ ਅੰਗਰੇਜ਼ਾਂ ਨੇ ਇਸੇ ਤਰੀਕੇ ਦਾ ਨੈਰੇਟਿਵ ਸੈੱਟ ਕੀਤਾ। ਅੱਜ ਦੀ ਹਕੂਮਤ ਜਿਹੜੀ 1947 ਦੇ ਵਿੱਚ ਇਹਨਾਂ ਕੋਲ ਟਰਾਂਸਫਰ ਆਫ ਪਾਵਰ ਦੇ ਤਹਿਤ ਸਾਰੇ ਹਿੰਦੁਸਤਾਨ ਦੀ ਤਾਕਤ ਆਈ ਆ, ਉਹਨਾਂ ਨੇ ਵੀ ਸਿੱਖਾਂ ਪ੍ਰਤੀ ਇਸੇ ਕਿਸਮ ਦਾ ਨੈਰੇਟਿਵ ਸੈੱਟ ਕੀਤਾ। ਕਿਸ ਤਰ੍ਹਾਂ ਸੈੱਟ ਕੀਤਾ? ਇੱਕ ਸਾਈਕੋਲੋਜੀਕਲ ਵਾਰਫੇਅਰ ਸ਼ੁਰੂ ਕਰਤੀ ਸਿੱਖਾਂ ਦੇ ਖਿਲਾਫ 1947 ਤੋਂ ਅੱਜ ਤੱਕ ਉਹ ਕੰਟੀਨਿਊ ਕਰਦੀ ਆ, ਡਿਫਰੈਂਟ ਫਾਰਮ ਦੇ ਵਿੱਚ, ਡਿਫਰੈਂਟ ਸ਼ੇਪ ਦੇ ਵਿੱਚ। ਹੁਣ ਮੈਂ ਉਸ ਦੀ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨੈਰੇਟਿਵ ਹੁੰਦਾ ਉਸ ਨੂੰ ਉਹ ਸੈੱਟ ਕਰਦੇ ਆ ਔਰ ਉਹ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਜਿਨ੍ਹਾਂ ਦੇ ਉੱਤੇ ਉਸ ਨੈਰੇਟਿਵ ਰਾਹੀਂ ਐਕਸਪਲੋਇਟੇਸ਼ਨ ਹੁੰਦੀ ਹੈ, ਜਿਨ੍ਹਾਂ ਦੀ ਮਾਨਸਿਕਤਾ ਨੂੰ ਝੰਜੋਲਿਆ ਜਾਂਦਾ, ਜਿਨ੍ਹਾਂ ਦੀ ਹਰ ਕਿਸਮ ਦੀ ਸੋਸ਼ਲ, ਪੋਲੀਟੀਕਲ, ਇਕਨੋਮਿਕ ਐਕਸਪਲੋਇਟੇਸ਼ਨ ਹੁੰਦੀ ਹੈ। ਕਿਸ ਤਰੀਕੇ ਦੇ ਨਾਲ ਹੁੰਦੀ ਆ? ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਕਰੀਮ ਵਿਕਦੀ ਆ ਮਾਰਕੀਟ ਦੇ ਵਿੱਚ, ਕਾਫੀ ਸਾਲਾਂ ਤੋਂ ਮੈਂ ਤਾਂ ਕਦੇ ਇਸਤੇਮਾਲ ਨਹੀਂ ਕੀਤੀ, ਪਰ ਉਹ ਬਹੁਤ ਹੀ ਜ਼ਿਆਦਾ ਪਾਪੂਲਰ ਕਰੀਮ ਆ। ਲੜਕੀਆਂ ਉਸ ਨੂੰ 99% ਲੈ ਕੇ ਆਪਣੇ ਉੱਤੇ ਯੂਜ਼ ਕਰਦੀਆਂ ਔਰ ਉਹ ਬਹੁਤ ਜ਼ਿਆਦਾ ਉਸ ਤੋਂ ਜਿਨ੍ਹਾਂ ਬੰਦਿਆਂ ਨੇ ਉਹਦੇ 'ਤੇ ਉਸ ਕਿਸਮ ਦਾ ਨੈਰੇਟਿਵ ਦਿੱਤਾ, ਉਸ ਕਰੀਮ ਦੇ ਉੱਤੇ ਜਿਹੜੇ ਕਰੀਮ ਨੂੰ ਪ੍ਰੋਡਿਊਸ ਕਰਨ ਵਾਲੇ ਪ੍ਰੋਡਿਊਸਰਸ ਆ ਉਹਨੇ ਮੇਰਾ ਖਿਆਲ ਕਰੋੜਾਂ ਅਰਬਾਂ ਰੁਪਈਆ ਕਮਾਇਆ ਹੋਣਾ। ਕੀ ਉਹਦੇ 'ਤੇ ਲਿਖਿਆ? ਫੇਅਰ ਐਂਡ ਲਵਲੀ। ਦੇਖਣ ਨੂੰ ਐਪਰੈਂਟਲੀ ਜੇ ਤੁਸੀਂ ਇਸ ਨੂੰ ਦੇਖੋਗੇ ਤਾਂ ਇਹ ਗੱਲ ਕੋਈ ਬਹੁਤੀ ਜ਼ਿਆਦਾ ਐਸੀ ਨਹੀਂ ਲੱਗਦੀ ਵੀ ਕਿਸੇ ਨੂੰ ਨੁਕਸਾਨ ਦਿੰਦੀ ਆ, ਪਰ ਇਹ ਬੜੀ ਘਾਤਕ ਚੀਜ਼ ਆ। ਇਹ ਜਿਹੜੀ ਨੈਰੇਟਿਵ ਹੈ ਇਹ ਬਹੁਤ ਹੀ ਜ਼ਿਆਦਾ ਘਾਤਕ ਹੈ ਔਰ ਬਹੁਤ ਹੀ ਅਣਮਨੁੱਖੀ ਹੈ ਔਰ ਬਹੁਤ ਹੀ ਮਤਲਬ ਇਸ ਦੇ ਵਿੱਚ ਜ਼ਾਤੀ ਆ ਇੱਕ ਕਿਸਮ ਦੇ ਲੋਕਾਂ ਨਾਲ। ਕਿਸ ਤਰੀਕੇ ਨਾਲ? ਫਿਰ ਤੋਂ ਮਤਲਬ ਹੈ ਜਿਹੜੇ ਸਾਫ਼ ਰੰਗ ਦੇ ਲੋਕ ਆ, ਗੋਰੇ ਲੋਕ, ਤਾਂ ਉਹਦੇ 'ਚੋਂ ਕਹਿ ਰਿਹਾ ਵੀ ਜਿਹੜੀ ਇਹ ਕਰੀਮ ਆ ਇਹ ਤੁਹਾਡਾ ਰੰਗ ਗੋਰਾ ਕਰ ਦੇਗੀ ਔਰ ਜਿਹੜਾ ਗੋਰਾ ਰੰਗ ਆ ਉਹੀ ਲਵਲੀ ਹੋ ਸਕਦਾ ਹੈਗਾ। ਸੌਲਾ ਰੰਗ ਨਹੀਂ ਲਵਲੀ ਹੋ ਸਕਦਾ, ਕਾਲਾ ਰੰਗ ਬਿਲਕੁਲ ਨਹੀਂ ਲਵਲੀ ਹੋ ਸਕਦਾ। ਇਸ ਦੇ ਵਿੱਚ ਕੋਈ ਪੋਜ਼ਿਟਿਵਿਟੀ ਨਹੀਂ ਹੈ, ਇਸ ਦੇ ਵਿੱਚ 100% ਨੈਗੇਟਿਵਿਟੀ ਹੈ। ਕਿਸ ਤਰੀਕੇ ਦੇ ਨਾਲ ਸੌਲੇ ਰੰਗ ਦੇ ਲੋਕਾਂ ਦੇ ਉੱਤੇ
जिस तरह का खास तौर पर हिंदुस्तान के लोगों का रंग आ, पर हिंदुस्तान च भी साउथ इंडिया के विचारे जिहड़े लोग आ उन्हां दा रंग थोड़ा जिहा काला हुंदा। पर जिहड़ी ब्लैक कौमां हैगियां अफ्रीका दियां उन्हां दे उत्ते एक किस्म का बहुत ही सटल अटैक इसनूं कहिंदे आ, अंग्रेजी दे विच अटैक आ। फेयर एंड लवली मतलब दूसरा तो लवली हो ही नहीं सकता। तो उस तरीके दे नाल जिहड़ी कालियां कौमां काले रंग दियां जिहड़ियां कौमां उन्हां नूं एक इस किस्म दे घिनौने सिचुएशन च पुट कर रहा है नैरेटिव जिहड़ा बिल्कुल ही गैर मनुखी है, जिहड़ा एक बहुत वड्डी मनुखता दे हिस्से दे उत्ते एक किस्म दा अटैक आ। तो इस तरीके दे नाल जिहड़े रूलर्स हैगे आ और जिहड़े लोग अपना मतलब बहुत बड़े बिजनेस करते आ वो अपने जिहड़े जिस किस्म दीयां चीज़ां नूं वो लोकां च पॉपुलर करना चाहुंदे आ वो इस किस्म दे स्लोगन दे दिंदे आ। हुण मैं इत्थे खास तौर ते बहुत सारियां चीज़ां मेरे मन च आ। सिखां नूं जदों ब्लू स्टार अटैक जिहड़ा घल्लूकारा जिसनूं असीं 1984 दा कहने आ उस दे उत्ते शब्द यूज़ कीता जिन्हां ने साडे ते वो घिनौना अटैक कीता सी, अणमनुखी अटैक कीता सी, ज़ालमाना अटैक कीता सी। वो की है जी, वो कहंदे आ भी ब्लू स्टार ऑपरेशन। माफ़ करना मैं इत्थे खास तौर पर दसना चाहुंदा अपने ਸਰੋਤਿਆਂ नूं कि ऑपरेशन का लफज ही नहीं सिखां ने समझा भी ऑपरेशन का मतलब की है। ऑपरेशन पॉजिटिव लफज है, ਉਹਦਾ मतलब पॉजिटिव हुंदा। ऑपरेशन असीं कहने असीं ऑपरेशन कराउण जा रहे हैं, सानू कोई तकलीफ आ, सानू कोई दुख आ, सानू कोई फिजिकल एलमेंट आ, असीं हॉस्पिटल दे विच या डॉक्टर साहब कोल जाने भी साडा जी देखो तुसीं वो कहंदे ऑपरेशन होएगा, तो ऑपरेशन तो बाद असीं ठीक हो जाने आ। ਤਾਂ ਜਿਹੜਾ ਇਹ ਕੋਡ ਵਰਡ ਦਿੱਤਾ ਗਿਆ ਇੰਡੀਅਨ ਸਟੇਟ ਨੇ ਦਿੱਤਾ ਉਸ ਘੱਲੂਕਾਰੇ ਦੇ ਉੱਤੇ ਉਸ ਖੂਨੀ ਹਮਲੇ ਦੇ ਬਾਰੇ ਉਹ ਅਸੀਂ ਨੈਰੇਟਿਵ ਉਸੇ ਤਰੀਕੇ ਨਾਲ ਉਸ ਨੂੰ ਐਕਸੈਪਟ ਕਰ ਲਿਆ। ਮੈਂ ਬਹੁਤ ਬੜੇ ਸਿਆਣੇ ਸੂਝਵਾਨ ਸਿੱਖਾਂ ਨੂੰ ਗੱਲ ਕਰਦੇ ਦੇਖਿਆ ਉਹ 1984 ਜੂਨ ਦੇ ਇਸ ਖੂਨੀ ਜਿਹੜਾ ਮਤਲਬ ਹਮਲਾ ਹੈ ਉਸ ਨੂੰ ਹਮੇਸ਼ਾ ਹੀ ਆਪਰੇਸ਼ਨ ਬਲੂ ਸਟਾਰ ਕਹਿਣਗੇ। चाहे टीवी चैनलों ते जान चाहे कोई उस बारे कुछ लिखण उन्होंने इस गल की समझे नहीं भी ये जिहड़ा कोड वर्ड है जिहड़ा लफज यूज़ किया गया क्यों यूज़ किया गया, ये उन्हां लई ऑपरेशन हो सकता साडी सिक्खी दे उत्ते सिक्खी दे दिल दे उत्ते एक बहुत भारी खूनी हमला है उस मानसिकता का जिहड़ा साडा हर चीज़ साडी मिटाउणा चाहुंदे आ, हर चीज़ साडी खत्म करना चाहुंदे आ। ਘੱਲੂਕਾਰੇ ਬਾਰੇ ਜਦੋਂ मैं लिख रहा सी तो उस वेले कुछ चीज़ां ऐसियां आईयां मेरी निगाह दे विच कि किस तरीके दे नाल उस ਘੱਲੂਕਾਰੇ नूं जिहड़ी हिंदू जर्नलिस्टां ने किस तरीके दे नाल उस नूं पुट कीता, वो जरा समझण वाली गल है, उहनूं विचारन वाली गल है। मैं तुहानूं इत्थे अपनी किताब दे विचों ही एक दो चीज़ां दसणियां चाहुंदा। देखो राजीव गांधी ने अपने व्यूज़ एक्सप्रैस किए इस 1984 जून के घल्लूकारे के उत्ते सोचने वाली गल है कि उसने कहा देखने वाली गल, दी आर्मी मस्ट कम इन फॉर प्रेस भी फौज की जिन्नी तारीफ करी जाए उन्नी करी जानी चाहिए है। भी जिस तरीके की उन्होंने रिस्टेंट भी अपने आप ते कंट्रोल किया एंड जिस किस्म की बहादरी वैलर उन्होंने दिखाई इस घटनाक्रम दे विच। और दूसरे पासे जिहड़ा उस वेले दा होम मिनिस्टर आ PV नरसिम्हा राव वो की कह रहा कि लोक सभा दे विचों स्पीच दे रहा आर्मी एक्शन इन दी गोल्डन टैंपल कंपलैक्स वाज द राइट एक्शन। भी जो दरबार साहब दे उत्ते घल्लूकारा होया हमला होया वो बिल्कुल ठीक सी, राइट एक्शन सी, एट द राइट टाइम ठीक टाइम ते सी एंड इन दी राइट मैनर और ठीक ढंग नाल कीता गया। और देयर कुड नॉट बी ए ग्रेटर आर ऑफ ग्लोरी, इस तो वड्डी मतलब बहुत बड़ी बहादरी कोई हो नहीं सी सकती जिहड़ी इंडियन पॉलिटी हिंदुस्तान दे सिस्टम ने, हिंदुस्तान दी डेमोक्रेसी ने, प्रजातंत्र ने और हिंदुस्तान दे सैकुलरिज्म ने करके दिखाई है। इस किस्म की गल पार्लीमेंट के फ्लोर के उत्ते इदू वड्डी प्रेज वाले शब्द
ਕੋਈ ਹੋਰ ਬੰਦਾ ਕਹਿ ਨਹੀਂ ਸੀ ਸਕਦਾ ਜਿਸ ਕਿਸਮ ਦੀਆਂ ਗੱਲਾਂ ਰਾਜੀਵ ਗਾਂਧੀ ਨੇ ਕਹੀਆਂ। ਇਸੇ ਤਰੀਕੇ ਨਾਲ ਉਸੇ ਕਿਸਮ ਦੀਆਂ ਗੱਲਾਂ PV ਨਰਸਿਮਹਾ ਰਾਓ ਜਿਹੜਾ ਉਸ ਵੇਲੇ ਦਾ ਇੰਡੀਆ ਦਾ ਹੋਮ ਮਿਨਿਸਟਰ ਸੀ ਉਸਨੇ ਕਹੀਆਂ। ਹੁਣ ਇਸੇ ਤਰੀਕੇ ਨਾਲ ਮੈਂ ਬਰੀਫਲੀ ਦੱਸਣਾ ਚਾਹੁੰਦਾ, ਗਿਰੀ ਲਾਲ ਜੈਨ ਉਹ ਐਡੀਟਰ ਸੀ ਟਾਈਮਜ਼ ਆਫ ਇੰਡੀਆ ਦਾ। ਉਸਨੇ ਕੀ ਕਿਹਾ? ਉਸਨੇ ਕਿਹਾ ਦੀ ਆਰਮੀ ਡਿਡ ਏ ਸਪਰਬ ਜੌਬ, ਵੀ ਫੌਜ ਨੇ ਸਪਰਬ ਹੁੰਦਾ ਵੀ ਬਹੁਤ ਵਧੀਆ ਗੱਲ ਕੀਤੀ, ਉਸ ਤੋਂ ਵਧੀਆ ਹੋ ਨਹੀਂ ਸੀ ਸਕਦੀ। ਮਤਲਬ ਇਸ ਕਿਸਮ ਦੀਆਂ ਵਿਆਖਿਆਵਾਂ ਦਿੱਤੀਆਂ ਗਈਆਂ, ਇਸ ਕਿਸਮ ਦੇ ਨੈਰੇਟਿਵ ਦਿੱਤੇ ਗਏ, ਇਸ ਕਿਸਮ ਦਾ ਸਿੱਖਾਂ ਦੀ ਮਾਨਸਿਕਤਾ ਦੇ ਉੱਤੇ ਅਟੈਕ ਕੀਤੇ ਗਏ ਇਹਨਾਂ ਗੱਲਾਂ ਕਹਿ ਕੇ। ਦੂਸਰੇ ਪਾਸੇ ਪ੍ਰੇਮ ਭਾਟੀਆ ਕੀ ਕਹਿ ਰਿਹਾ? ਐਡੀਟਰ ਇਨ ਚੀਫ ਆਫ ਦੀ ਟ੍ਰਿਬਿਊਨ ਗਰੁੱਪ ਆਫ ਨਿਊਜ਼ਪੇਪਰ ਕਾਲਡ ਇਟ ਅ ਨੀਟ ਆਪਰੇਸ਼ਨ, ਵੀ ਬਹੁਤ ਸਾਫ਼ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਹੀ ਨਹੀਂ ਹੋਈ। ਭਾਟੀਆ ਵੈਂਟ ਹੋਲ ਹੌਕ ਟੂ ਸਪੋਰਟ ਇੰਦਰਾ ਗਾਂਧੀ। ਭਾਟੀਆ ਨੇ ਦੇਖੋ ਕਿੱਡੀ ਕਮਾਲ ਦੀ, ਕਿੱਡੀ ਜ਼ਿਆਦਾ ਮਤਲਬ ਭਿਆਨਕ ਗੱਲ ਕੀਤੀ। ਕਿਸੇ ਨਿਊਜ਼ਪੇਪਰ ਨੇ ਲਿਖਿਆ ਵੀ ਜਿਸ ਤਰੀਕੇ ਨਾਲ ਨਹਿਰੂ ਨੇ ਜਿਹੜਾ ਜਦੋਂ ਇੰਡੋ ਚਾਈਨਾ ਵਾਰ ਹੋਈ ਉਸਨੇ ਝੰਜੋੜਿਆ ਗਿਆ ਸੀ, ਉਸੇ ਤਰੀਕੇ ਦੀ ਗੱਲ ਜਿਹੜੀ ਆ ਉਹ ਇੰਦਰਾ ਗਾਂਧੀ ਸ਼ੈਟਰ ਹੋ ਗਈ, ਉਹ ਟੁੱਟ ਗਈ। ਲੱਗਦੀ ਦੇਖਣ ਨੂੰ ਐਂ ਲੱਗਦੀ ਸੀ ਵੀ ਉਹ ਟੁੱਟ ਗਈ। ਪਰ ਦੂਸਰੇ ਪਾਸੇ ਉਸ ਦਾ ਜਵਾਬ ਦੇ ਰਿਹਾ, ਦੇਖੋ ਭਾਟੀਆ ਕੀ ਕਹਿ ਰਿਹਾ? ਰੋਟ ਦੈਟ ਦਿਸ ਅਸੈਸਮੈਂਟ ਵਾਜ਼ ਲੌਂਗ ਵੇ ਫਰੋਮ ਦੀ ਟਰੁਥ। ਇਹ ਤਾਂ ਮਤਲਬ ਇਹ ਬਹੁਤ ਸੱਚਾਈ ਤੋਂ ਦੂਰ ਹੈ, ਸ਼ੈਟਰ ਨਹੀਂ ਹੋਈ। ਹੀ recalled his meeting with her in South Block office, ਵੀ ਮੈਂ ਉਹਦੇ ਨਾਲ ਮੀਟਿੰਗ ਕੀਤੀ ਸਾਊਥ ਬਲਾਕ ਆਫਿਸ ਦੇ ਵਿੱਚ, ਜਿੱਥੇ ਔਰ ਜਿੱਥੇ ਉਹਨੇ ਕੀ ਅੱਗੇ ਭਾਟੀਆ ਕੀ ਕਹਿ ਰਿਹਾ? she looked 5 years younger, ਉਹ 5 ਸਾਲ ਛੋਟੀ ਲੱਗ ਰਹੀ ਸੀ। ਇੰਨੀ ਮਤਲਬ ਉਹਨੂੰ ਇਸ ਗੱਲ ਦਾ ਮਤਲਬ ਹੌਸਲਾ ਮਿਲਿਆ, ਇਸ ਗੱਲ ਦੀ ਤਾਕਤ ਮਿਲੀ ਕਿ ਉਹ ਅੱਗੇ ਨਾਲੋਂ 5 ਸਾਲ ਛੋਟੀ ਲੱਗ ਰਹੀ ਸੀ ਜਦੋਂ ਮੈਂ ਉਹਨੂੰ ਸਾਊਥ ਬਲਾਕ ਦੇ ਵਿੱਚ ਮਿਲਣ ਗਿਆ। ਫਿਰ ਦੇਖੋ ਕੀ ਗੱਲ ਹੈ। Bhatia praised the role of Lieutenant General R.S. Dayal and the army action and recommended him for promotion. Bhatia ਐਡੀਟਰ ਇਨ ਚੀਫ ਜਿਹੜਾ ਹੈਗਾ ਉਸ ਵੇਲੇ ਦੇ ਟ੍ਰਿਬਿਊਨ ਦਾ, ਉਹਨੇ R.S. ਦਿਆਲ ਦੀ ਜਿਹੜਾ ਉੱਥੇ ਦਾ ਜਰਨੈਲ ਸੀ ਉਸ ਦੀ ਤਾਰੀਫ ਕੀਤੀ ਔਰ ਇਹ ਕਿਹਾ ਵੀ ਇਸ ਨੂੰ ਹੋਰ ਪ੍ਰਮੋਸ਼ਨ ਮਿਲਣੀ ਚਾਹੀਦੀ ਹੈ। The Tribune office is said to have received thousands of letters from ਸਿੱਖਾਂ ਨੇ ਹਜ਼ਾਰਾਂ ਚਿੱਠੀਆਂ ਲਿਖੀਆਂ ਕਿਉਂਕਿ ਉਸ ਵੇਲੇ ਦੀ ਮਾਨਸਿਕਤਾ ਜਿਹੜੀ ਸਿੱਖਾਂ ਦੀ ਸੀ ਇੰਨੀ ਝੰਜੋੜੀ ਹੋਈ ਸੀ, ਇੰਨੀ ਪਰੇਸ਼ਾਨ ਸੀ, ਇੰਨੀ ਗਮਗੀਨ ਸੀ, ਇੰਨੀ ਦੁੱਖ ਵਿੱਚ ਸੀ, ਇੰਨੀ ਪਰੇਸ਼ਾਨੀ ਦੇ ਵਿੱਚ ਸੀ। ਹਜ਼ਾਰਾਂ ਚਿੱਠੀਆਂ ਲਿਖੀਆਂ ਔਰ 30,000 ਕਾਪੀਆਂ ਜਿਹੜੀਆਂ ਸੀ ਸਿੱਖਾਂ ਨੇ ਕਿਹਾ ਵੀ ਅਸੀਂ ਟ੍ਰਿਬਿਊਨ ਨਹੀਂ ਖਰੀਦਣਾ। ਟ੍ਰਿਬਿਊਨ ਦੀਆਂ ਕਾਪੀਆਂ ਉਹਨਾਂ ਨੇ ਨਹੀਂ ਖਰੀਦੀਆਂ। ਔਰ ਦੇਖੋ ਫਿਰ ਆਹੀ ਜਿਹੜਾ ਅਮਿਤਾਭ ਬੱਚਨ ਆ ਉਸਨੇ ਸਲੋਗਨ ਲਾਏ ਖੂਨ ਕਾ ਬਦਲਾ ਖੂਨ में, ਜਦੋਂ 1984 ਚ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਸਿੱਖਾਂ ਦਾ ਕਤਲੋਗਾਰਤ ਹੋ ਰਿਹਾ ਸੀ ਦਿੱਲੀ ਦੇ ਵਿੱਚ, ਖੂਨ ਕਾ ਬਦਲਾ ਖੂਨ। ਔਰ ਇਸੇ ਤਰੀਕੇ ਨਾਲ ਗਿਰੀ ਲਾਲ ਜੈਨ ਨੇ ਇਸ ਕਿਸਮ ਦੀਆਂ ਚੀਜ਼ਾਂ ਲਿਖੀਆਂ ਕਿ ਗੱਡੀਆਂ ਭਰ ਕੇ ਲਾਸ਼ਾਂ ਦੀਆਂ ਪੰਜਾਬ ਦੇ ਵਿੱਚੋਂ ਹਿੰਦੂਆਂ ਦੀਆਂ ਆ ਰਹੀਆਂ ਦਿੱਲੀ ਦੇ ਵਿੱਚ, ਔਰ ਸਿੱਖਾਂ ਨੇ ਜਿਹੜੇ ਵਾਟਰ ਟੈਂਕ ਸੀ ਦਿੱਲੀ ਦੇ ਵਿੱਚ ਪੀਣ ਵਾਲੇ ਪਾਣੀ ਦੇ ਉਹਨਾਂ ਦੇ ਵਿੱਚ ਜ਼ਹਿਰ ਫੈਲਾ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਐਡੇ ਵੱਡੇ ਅਖਬਾਰ ਕਿੰਨੀ ਗੈਰ ਜ਼ਿੰਮੇਵਾਰੀ ਦੇ ਨਾਲ ਇਸ ਕਿਸਮ ਦਾ ਪ੍ਰਾਪੇਗੰਡਾ ਕਰ ਰਿਹਾ ਜਿਹਦੇ ਨਾਲ ਸਿੱਖਾਂ ਦੇ ਪ੍ਰਤੀ ਇੰਨੀ ਨਫ਼ਰਤ ਪੈਦਾ ਹੋ ਜੇ ਲੋਕਾਂ ਦੇ ਵਿੱਚ ਕਿ ਸਿੱਖਾਂ ਨੂੰ ਮਾਰਨ ਵੀ ਤਾਂ ਉਹਨਾਂ ਨੂੰ ਉਸ ਗੱਲ ਦਾ ਕੋਈ ਮਤਲਬ ਇਹੀ ਨਾ ਹੋਵੇ ਵੀ ਅਸੀਂ ਕੋਈ ਗਲਤ ਗੱਲ ਕੀਤੀ ਹੈ, ਕੋਈ ਅਸੀਂ ਇਨਹਿਊਮਨ ਗੱਲ ਕੀਤੀ। ਤੋ ਇਸ ਕਿਸਮ ਦੀਆਂ ਚੀਜ਼ਾਂ ਫਰੰਟ ਪੇਜ ਤੇ ਐਡੀਟੋਰੀਅਲ ਲਿਖ ਕੇ ਗਿਰੀ ਲਾਲ ਜੈਨ ਨੇ, ਜਿਹੜਾ ਉਸ ਵੇਲੇ ਦਾ ਟਾਈਮਜ਼ ਆਫ ਇੰਡੀਆ ਦਾ ਐਡੀਟਰ ਸੀ, ਜਿਹੜਾ ਇੱਕ ਵੱਡਾ ਅਖਬਾਰ ਹੈ, ਇਸੇ ਤਰੀਕੇ ਦਾ ਪ੍ਰੇਮ ਭਾਟੀਆ, ਦੂਸਰੇ ਸਾਰੇ ਮੀਡੀਆ ਨੇ, ਈਵਨ ਸੋ ਮਚ ਸੋ ਜਿਹੜਾ ਰੇਡੀਓ ਸੀ, ਜਿਹੜਾ ਉਸ ਵੇਲੇ ਦਾ TV ਚੈਨਲ, ਜਿਹੜਾ ਸਰਕਾਰ ਦਾ ਚੈਨਲ ਸੀ, ਉਹਨਾਂ ਨੇ ਵੀ ਇਸ ਕਿਸਮ ਦੀਆਂ ਗੱਲਾਂ ਸਟੇਟਮੈਂਟਾਂ ਉੱਥੇ ਦਿੱਤੀਆਂ ਤਾਂ ਕਿ ਲੋਕਾਂ ਨੂੰ ਇਸ ਤਰੀਕੇ ਨਾਲ ਪ੍ਰਵੋਕ ਕੀਤਾ ਜਾਵੇ ਵੀ ਸਿੱਖਾਂ ਨੂੰ ਮਾਰਨਾ ਤਾਂ ਇੱਕ ਉਹਨਾਂ ਦਾ ਧਰਮ ਹੈ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਦਰਸਾਉਂਦੀਆਂ ਕਿ ਇੱਕ ਨੈਰੇਟਿਵ ਸੈੱਟ ਕੀਤਾ, ਉਸ ਨੈਰੇਟਿਵ ਦੇ ਨਾਲ ਇੰਨੀ ਪ੍ਰੋਵੋਕੇਸ਼ਨ ਕੀਤੀ ਗਈ ਹਿੰਦੂ ਸਮਾਜ ਦੇ ਵਿੱਚ ਕਿ ਜੇ ਉਹ ਸਿੱਖਾਂ ਤੇ ਕਿਸੇ ਕਿਸਮ ਦਾ ਵੀ ਜ਼ੁਲਮ ਸਿਤਮ ਕਰਦੇ ਆ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਕਿਸਮ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਐਂ ਲੱਗਣਾ ਚਾਹੀਦਾ ਵੀ ਅਸੀਂ ਤਾਂ ਇੱਕ ਬਹੁਤ ਹੀ ਮਤਲਬ ਧਾਰਮਿਕ ਕੰਮ ਕਰ ਰਹੇ ਹਾਂ, ਇੱਕ ਪਾਇਸ ਕੰਮ ਕਰ ਰਹੇ ਹਾਂ, ਇੱਕ ਐਥੀਕਲ ਕੰਮ ਕਰ ਰਹੇ ਹਾਂ। ਤੋ ਇਹ ਨੈਰੇਟਿਵ ਹੈ। ਇਸ ਨੈਰੇਟਿਵ ਬਾਰੇ ਮੈਂ ਆਪਣੀ ਕੌਮ ਨੂੰ ਸੁਚੇਤ ਕਰਨਾ, ਜਿਹਦੀਆਂ ਡਿਟੇਲਸ ਮੈਂ ਆਪਣੀ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਲੰਬੇ ਤਰੀਕੇ ਨਾਲ ਦਿੱਤੀਆਂ ਹੋਈਆਂ। ਤੋ ਇਸੇ ਤਰੀਕੇ ਨਾਲ ਵੁਡਰੋਜ਼ ਆਪਰੇਸ਼ਨ, ਦੂਸਰਾ ਉਸ ਤੋਂ ਬਾਅਦ
ਗੱਲ ਉੱਥੇ ਹੀ ਖਤਮ ਨਹੀਂ ਹੁੰਦੀ। ਗੱਲ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਨ ਲਈ, ਉੱਥੇ ਖੂਨ, ਨਿਰਦੋਸ਼ੇ ਲੋਕਾਂ ਦਾ ਖੂਨ ਬਹਾਉਣ ਲਈ, ਉੱਥੇ ਗੋਲੇ ਚਲਾਉਣ ਲਈ, ਬੰਬ ਚਲਾਉਣ ਲਈ, ਤੋਪਾਂ ਚਲਾਉਣ ਤੋਂ ਬਾਅਦ ਇਹ ਗੱਲ ਖਤਮ ਨਹੀਂ ਹੁੰਦੀ। ਫਿਰ ਉਹ ਦੂਸਰਾ ਮਤਲਬ ਪਿੰਡਾਂ ਦੇ ਵਿੱਚ ਜਾ ਕੇ, ਕਸਬਿਆਂ ਦੇ ਵਿੱਚ ਜਾ ਕੇ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਕਹਿੰਦੇ ਆ ਵੀ ਅਸੀਂ ਹੁਣ ਵੁੱਡਰੋਜ਼ ਆਪਰੇਸ਼ਨ ਕਰ ਰਹੇ ਹਾਂ। ਵੁੱਡਰੋਜ਼ ਦਾ ਮਤਲਬ ਕੀ ਹੈ? ਇੱਕ ਖੂਬਸੂਰਤ ਫੁੱਲ, ਔਰ ਜਿਹੜਾ ਖੂਬਸੂਰਤ ਫੁੱਲ ਹੈ ਉਹ ਵੀ ਮਤਲਬ ਜਾ ਕੇ ਜਿਹੜਾ ਹੋ ਰਿਹਾ ਜੰਗਲ ਦੇ ਵਿੱਚ, ਔਰ ਉਹ ਵੀ ਆਪਰੇਸ਼ਨ ਹੈ। ਤਾਂ ਉਸ ਆਪਰੇਸ਼ਨ ਦੀ ਜਿਹੜੀ ਉਸ ਆਪਰੇਸ਼ਨ ਦੀ ਡੈਪਥ ਕੀ ਹੈ ਕਿ ਉਹਦੇ ਵਿੱਚ ਇੱਕ ਉਹਨਾਂ ਨੇ ਬਾਤਚੀਤ ਕਿਸਮ ਦਾ ਆਰਡੀਨੈਂਸ ਇਸ਼ੂ ਕੀਤਾ ਆਰਮੀ ਦੇ ਬੰਦਿਆਂ ਲਈ, ਜਿਨ੍ਹਾਂ ਨੇ ਜਾ ਕੇ ਇਹ ਚੀਜ਼ ਸਾਰੀ ਘਟਨਾਕ੍ਰਮ ਕਰਨੀ ਸੀ ਪਿੰਡਾਂ 'ਚ, ਕਸਬਿਆਂ 'ਚ, ਸ਼ਹਿਰਾਂ 'ਚ, ਜਿੱਥੇ ਉਹਨਾਂ ਨੇ ਉਸ ਦੇ ਵਿੱਚ ਇਹ ਗੱਲ ਕਹੀ ਖੁੱਲ੍ਹ ਕੇ ਕਿ ਜਦੋਂ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਇਹ ਸਾਰੀ ਛਾਣਬੀਨ ਕਰੋਗੇ ਲੋਕਾਂ ਦੀ, ਖਾਸ ਤੌਰ 'ਤੇ ਸਿੱਖਾਂ ਦੀ, ਉਸ ਦੇ ਵਿੱਚੋਂ ਸਭ ਤੋਂ ਜਿਹੜੇ ਘਾਤਕ ਲੋਕ ਹੋਣਗੇ, ਸਭ ਤੋਂ ਜਿਹੜੇ ਖਤਰਨਾਕ ਆ, ਉਹ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਿਆ, ਅੰਮ੍ਰਿਤਧਾਰੀ ਸਿੱਖਾਂ ਦੇ ਉੱਤੇ ਅਟੈਕ, ਔਰ ਉਹਨਾਂ ਨੂੰ ਖਾਸ ਤੌਰ 'ਤੇ ਤੁਸੀਂ ਨਿਸ਼ਾਨਾ ਬਣਾਉਣਾ। ਇਹ ਉਸ ਬਾਤਚੀਤ ਦੇ ਵਿੱਚ ਕਹੀ ਗਈ, ਜਿਹੜਾ ਇੱਕ ਸਰਕੂਲਰ ਇਸ਼ੂ ਕੀਤਾ ਆਰਮੀ ਨੂੰ, ਪੈਰਾਮਿਲਟਰੀ ਫੋਰਸਿਸ ਨੂੰ, ਜਿਨ੍ਹਾਂ ਨੇ ਜਾ ਕੇ ਇਹ ਸਾਰਾ ਘਟਨਾਕ੍ਰਮ, ਘਿਨਾਉਣਾ ਘਟਨਾਕ੍ਰਮ, ਧੱਕਾ ਜਿਹੜਾ ਕਰਨਾ ਸੀ ਸਿੱਖਾਂ ਦੇ ਉੱਤੇ, ਜਿਹੜਾ ਅਟੈਕ ਕਰਨਾ ਸੀ, ਸਿੱਖਾਂ ਨੂੰ ਪਰੇਸ਼ਾਨ ਕਰਨਾ ਸੀ, ਉਹਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਸੀ, ਉਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਗਈ ਬਾਤਚੀਤ ਦੇ ਹੈਡਿੰਗ ਹੇਠ। ਤਾਂ ਉਹਦੀ ਵੀ ਤੁਸੀਂ ਨੈਰੇਟਿਵ ਦੇਖੋ, ਦੇਖਣ ਨੂੰ ਤੁਸੀਂ ਕਹੋਗੇ ਕਿ ਵੁੱਡਰੋਜ਼ ਆਪਰੇਸ਼ਨ ਕਿੱਡੀ ਵਧੀਆ ਗੱਲ ਆ। ਔਰ ਇੱਥੇ ਵੀ ਮੈਂ ਖਾਸ ਤੌਰ 'ਤੇ ਕਮੈਂਟ ਕਰਨਾ ਚਾਹੁੰਦਾ, ਜਿਹੜੇ ਬਹੁਤ ਸਾਡੇ ਸਿੱਖ ਵਿਦਵਾਨ, ਵਿਚਾਰਵਾਨ, ਪੜ੍ਹੇ ਲਿਖੇ, ਉਹਨਾਂ ਨੇ ਵੀ ਇਸ ਗੱਲ ਦੀ ਤਹਿ ਤੱਕ ਜਾ ਕੇ ਇਸ ਗੱਲ ਨੂੰ ਸਮਝਿਆ ਹੀ ਨਹੀਂ। ਉਸੇ ਤਰੀਕੇ ਚੀਜ਼ ਉਸ ਨੂੰ ਐਕਸੈਪਟ ਕਰ ਲਿਆ ਜਦੋਂ ਉਸ ਦਾ ਮੈਂਸ਼ਨ ਕਰਦੇ ਆ ਕਿ ਵੁੱਡਰੋਜ਼ ਆਪਰੇਸ਼ਨ ਦੇ ਵਿੱਚ ਆ ਹੋਇਆ। ਪਹਿਲੀ ਗੱਲ ਤਾਂ ਤੁਸੀਂ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਕੁਕਰਮ ਹੈ, ਜੋ ਇੰਡੀਅਨ ਸਟੇਟ ਨੇ ਜ਼ੁਲਮੋ ਸਿਤਮ ਕੀਤਾ ਪੰਜਾਬ ਦੇ ਪਿੰਡਾਂ ਦੇ ਵਿੱਚ ਅੰਮ੍ਰਿਤਧਾਰੀ, ਖਾਸ ਤੌਰ 'ਤੇ ਅੰਮ੍ਰਿਤਧਾਰੀ ਸਿੱਖਾਂ ਦੇ ਲਈ, ਤੁਸੀਂ ਉਸ ਨੂੰ ਐਕਸੈਪਟ ਕਰ ਰਹੇ ਹੋ, ਉਹਨਾਂ ਦੀ ਆਰਗੂਮੈਂਟ ਨੂੰ, ਉਹਨਾਂ ਦੀ ਜਿਹੜੀ ਐਕਸਪਲੇਨੇਸ਼ਨ ਆ ਉਸ ਨੂੰ ਤੁਸੀਂ ਐਕਸੈਪਟ ਕਰ ਰਹੇ ਹੋ। ਇਸੇ ਤਰੀਕੇ ਦੇ ਨਾਲ ਬਲੈਕ ਥੰਡਰ ਆਪਰੇਸ਼ਨ, ਬਲੈਕ ਥੰਡਰ ਹੈ ਔਰ ਉਹਦਾ ਅਸੀਂ ਆਪਰੇਸ਼ਨ ਕਰ ਰਹੇ ਹਾਂ। ਬਲੈਕ ਥੰਡਰ ਆ ਇੱਕ ਐਸਾ ਮਤਲਬ ਕਾਲਾ, ਮਤਲਬ ਉੱਥੇ ਹੋ ਰਿਹਾ ਘਟਨਾਕ੍ਰਮ, ਘਿਨਾਉਣਾ ਘਟਨਾਕ੍ਰਮ ਹੋ ਰਿਹਾ, ਉਸ ਦਾ ਅਸੀਂ ਆਪਰੇਸ਼ਨ ਕਰ ਰਹੇ ਹਾਂ। ਅਸੀਂ ਉਸ ਨੂੰ ਵੀ ਉਸੇ ਤਰੀਕੇ ਦੇ ਨਾਲ ਲੈ ਲਿਆ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿੱਖਾਂ ਨੂੰ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੂੰ ਝੰਜੋੜਨਾ ਹੈ, ਔਰ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਐਸੀ ਚੀਜ਼ ਪਾ ਦੇਣੀ ਹੈ ਜਿਹੜੀ ਉਹਨਾਂ ਨੂੰ ਮਤਲਬ ਨਾ ਤਾਂ ਸਮਝ ਆਵੇ, ਜੇ ਸਮਝ ਆਵੇ ਤਾਂ ਉਸ ਦਾ ਕੋਈ ਉਹ ਜਵਾਬ ਹੀ ਨਾ ਦੇ ਸਕਣ। ਤਾਂ ਇਸ ਕਰਕੇ ਮੇਰੀ ਅਪੀਲ ਹੈ ਖਾਸ ਤੌਰ 'ਤੇ ਸਿੱਖ ਜਗਤ ਨੂੰ ਕਿ ਜਿਹੜਾ ਦੁਸ਼ਮਣ ਤੁਹਾਡੇ 'ਤੇ ਜੋ ਵੀ ਕਿਸੇ ਕਿਸਮ ਦਾ, ਇਸ ਕਿਸਮ ਦਾ ਸਾਈਕੋਲੋਜੀਕਲ ਅਟੈਕ ਕਰ ਰਿਹਾ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਹਿਨਸ਼ੀਲਤਾ ਦੇ ਨਾਲ। ਡਿਕਸ਼ਨਰੀ ਲੈ ਲਓ, ਡਿਕਸ਼ਨਰੀ ਦੇ ਵਿੱਚ ਆਪਰੇਸ਼ਨ ਦਾ ਮਤਲਬ ਤੁਸੀਂ ਦੇਖ ਲਓ, ਉਸ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਆਪਣਾ ਕਮੈਂਟ ਦਿਓ। ਤੁਹਾਡੇ 'ਤੇ ਫਿਜ਼ੀਕਲ ਅਟੈਕ ਵੀ ਹੈ, ਮੈਂਟਲ ਤੇ ਸਾਈਕੋਲੋਜੀਕਲ ਅਟੈਕ ਵੀ ਹੈ, ਸਮਾਜਿਕ ਤੌਰ 'ਤੇ ਵੀ ਅਟੈਕ ਆ, ਧਾਰਮਿਕ ਤੌਰ 'ਤੇ ਵੀ ਅਟੈਕ ਆ। ਇਸੇ ਤਰੀਕੇ ਦੇ ਨਾਲ ਇਕਨੋਮਿਕਲੀ ਤੁਹਾਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਕੰਸਪੀਰੇਸੀ ਹੈਗੀ ਹੈ। ਮਸਲਾ ਕੀ ਹੈ? ਮਸਲਾ ਕਨਸਟੀਟਿਊਸ਼ਨਲ ਹੈ, ਲੇਕਿਨ ਸਾਰਾ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਆ। ਚਾਹੇ ਉਸ ਵੇਲੇ ਦਾ ਤੁਸੀਂ ਟੀਵੀ ਦਾ ਲੈ ਲਓ, ਉਹ ਵੀ ਸਰਕਾਰ ਦਾ, ਰੇਡੀਓ ਵੀ ਸਰਕਾਰ ਦਾ, ਅਖਬਾਰ ਵੀ ਬਹੁਤ ਸਾਰੇ ਸਰਕਾਰ ਦੇ, ਔਰ ਇਸੇ ਤਰੀਕੇ ਨਾਲ ਜਿਹੜੇ ਦੂਜੇ ਵੀ ਅਖਬਾਰ ਆ, ਮਾਫ ਕਰਨਾ, ਉਹ ਉਸ ਕਮਿਊਨਿਟੀ ਦੇ ਅਖਬਾਰ ਆ ਜਿਹੜੇ ਸਾਡੇ ਨਾਲ ਨਹੀਂ ਖੜੇ, ਦੂਜੇ ਪਾਸੇ ਸਾਡੇ ਦੁਸ਼ਮਣਾਂ ਦੇ ਨਾਲ, ਇੰਡੀਅਨ ਸਟੇਟ ਦੇ ਨਾਲ ਜਾ ਕੇ ਖੜੇ ਆ, ਔਰ ਇੰਡੀਅਨ ਸਟੇਟ ਨੂੰ ਪ੍ਰਵੋਕ ਕਰ ਰਹੇ ਆ, ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਰਹੇ ਆ ਵੀ ਇਹ ਤਾਂ ਜ਼ੁਲਮ ਬਹੁਤ ਥੋੜਾ, ਇਹ ਤੋਂ ਵੱਧ ਜ਼ੁਲਮ ਹੋਣਾ ਚਾਹੀਦਾ ਸਿੱਖਾਂ ਦੇ ਉੱਤੇ। ਤੋ ਸਿੱਖ ਜਿਹੜਾ ਸ਼ਬਦ ਹੈ ਉਸ ਨੂੰ ਤੁਸੀਂ ਆਇਡੈਂਟੀਫਾਈ ਕਰ ਦਿੱਤਾ ਵਿਦ ਦਾ ਵਰਡ ਟੈਰਰ, ਟੈਰਰਿਸਟ। ਟੈਰਰਿਸਟ ਤੇ ਸਿੱਖ ਸਿਨੋਨਿਮਸ ਹੋ ਗਿਆ। ਕਿਸ ਤਰੀਕੇ ਨਾਲ ਸਿਨੋਨਿਮਸ ਹੋ ਗਿਆ, ਇਹ ਵੀ ਗੱਲ ਸਮਝਣ ਵਾਲੀ ਹੈ। ਉਸ ਸਾਰੇ ਪੀਰੀਅਡ ਦੇ ਵਿੱਚ
ਸੈਂਕੜੇ ਨਹੀਂ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਫੜ ਕੇ ਮਾਰਿਆ ਗਿਆ ਔਰ ਇੱਕ ਸਟੇਟਮੈਂਟ ਇਸ਼ੂ ਕਰ ਦਿੰਦੀ ਸੀ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ, ਇੰਨੇ ਅਨਆਇਡੈਂਟੀਫਾਈਡ ਸਿੱਖ ਟੈਰਰਿਸਟ ਹੈਵ ਬੀਨ ਕਿਲਡ। ਰੋਜ਼ਾਨਾ ਇਹ ਖਬਰ ਆਉਂਦੀ ਸੀ ਔਰ ਅਖਬਾਰਾਂ ਵਾਲੇ ਵੀ ਉਸੇ ਤਰੀਕੇ ਨਾਲ ਵਰਬੈਟਮ ਬਗੈਰ ਉਸ ਤੇ ਨੁਕਤਾਚੀਨੀ ਕਰਿਆ ਔਰ ਖਾਸ ਤੌਰ ਤੇ ਜਿਹੜੇ ਸਿੱਖ ਅਖਬਾਰ ਚਲਾਉਂਦੇ ਸੀ, ਖਾਸ ਤੌਰ ਤੇ ਪੰਜਾਬੀ ਦੇ ਜਿਹੜੇ ਚੱਲਦੇ ਆ ਅਖਬਾਰ ਸਾਡੇ, ਉਹਨਾਂ ਨੂੰ ਤਾਂ ਇੰਨੀ ਸਮਝ ਨਹੀਂ ਸੀ ਵੀ ਇਹ ਕੀ ਹੋ ਰਿਹਾ, ਕਿਉਂਕਿ ਉਹਨਾਂ ਦਾ ਮੈਂਟਲ ਤੇ ਇੰਟੈਲੈਕਚੁਅਲ ਲੈਵਲ ਬਹੁਤ ਛੋਟਾ। ਜਿਹੜੇ ਉਹਨਾਂ ਦੇ ਐਡੀਟਰ ਆ ਉਹ ਇਹ ਗੱਲ ਦੀ ਤਹਿ ਤੱਕ ਜਾ ਹੀ ਨਹੀਂ ਸਕਦੇ ਜਾਂ ਉਹ ਸਰਕਾਰ ਦੇ ਪਿੱਠੂ ਸੀਗੇ। ਤੋ ਇਸੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਹੈ, ਇੰਨੇ 5, 10, 15, 20 ਅਨਆਇਡੈਂਟੀਫਾਈਡ ਸਿੱਖ ਟੈਰਰਿਸਟ ਹੈਵ ਬੀਨ ਕਿਲਡ। ਦੇਖੋ, ਜੇ ਤੁਸੀਂ ਉਹਨਾਂ ਨੂੰ ਟੈਰਰਿਸਟ ਮੰਨ ਲਓ ਤਾਂ ਤੁਸੀਂ ਕਹੋਗੇ ਵੀ ਠੀਕ ਆ, ਵੀ ਜਿਹੜਾ ਟੈਰਰਿਸਟ ਆ ਉਹ ਮਾਰਿਆ ਹੀ ਜਾਣਾ ਚਾਹੀਦਾ। ਜੇ ਅਨਆਇਡੈਂਟੀਫਾਈਡ ਹੈ, ਅਣਪਛਾਤਾ ਹੈ, ਤਾਂ ਸਿੱਖ ਕਿਵੇਂ ਹੋ ਗਿਆ? ਜੇ ਉਹ ਅਣਪਛਾਤੇ ਆ ਤਾਂ ਸਿੱਖ ਹੋ ਹੀ ਨਹੀਂ। ਸਿੱਖ ਤਾਂ ਪਛਾਣਿਆ ਜਾਂਦਾ, ਆਪਣੇ ਪਹਿਰਾਵੇ ਤੋਂ ਪਛਾਣਿਆ ਜਾਂਦਾ, ਆਪਣੀ ਕੇਸ਼ਾਂ ਤੋਂ ਪਛਾਣਿਆ ਜਾਂਦਾ। ਉਹਦੀ ਪਛਾਣ ਤਾਂ ਆਇਡੈਂਟੀਫੀਏਬਲ ਆ, ਉਹ ਤਾਂ ਬੜੀ ਈਜ਼ੀਲੀ ਤੁਸੀਂ ਪਹਿਚਾਣ ਸਕਦੇ ਹੋ। ਲੱਖ ਬੰਦਿਆਂ ਦੇ ਵਿੱਚ ਇੱਕ ਸਿੱਖ ਫਿਰਦਾ ਹੋਵੇ, ਤੁਸੀਂ ਉਸ ਨੂੰ ਪਛਾਣ ਸਕਦੇ ਹੋ। ਇੰਨੇ ਅਨਆਇਡੈਂਟੀਫਾਈਡ ਸਿੱਖ ਟੈਰਰਿਸਟ ਹੈਵ ਬੀਨ ਕਿਲਡ। ਸਿੱਖ ਤੇ ਟੈਰਰਿਜ਼ਮ ਸਿਨੋਨਿਮਸ ਹੋ ਗਿਆ। ਜੇ ਉਹ ਅਨਆਇਡੈਂਟੀਫਾਈਡ ਹੈ, ਟੈਰਰਿਸਟ ਕਿਵੇਂ ਹੋ ਗਏ? ਜੇ ਉਹ ਅਨਆਇਡੈਂਟੀਫਾਈਡ ਹੈ ਤਾਂ ਸਿੱਖ ਕਿਵੇਂ ਹੋ ਗਏ? ਇਹ ਨੈਰੇਟਿਵ ਚੱਲਦਾ ਰਿਹਾ, ਮਤਲਬ ਲਗਾਤਾਰ ਕਈ ਸਾਲ ਚੱਲਦਾ ਰਿਹਾ ਔਰ ਦੁਨੀਆ ਦੇ ਵਿੱਚ ਇਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਗਿਆ ਕਿ ਸਿੱਖ ਆ ਉਹ ਵਾਇਲੈਂਟ ਆ, ਸਿੱਖ ਹੈਗੇ ਟੈਰਰਿਸਟ ਆ, ਸਿੱਖ ਹੈਗੇ ਅਨਰੀਜ਼ਨੇਬਲ, ਸਿੱਖ ਹੈਗੇ ਇਰੈਸ਼ਨਲ ਹੈ। ਔਰ ਮੈਂ ਇੱਥੇ ਖਾਸ ਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਵੱਡੇ ਵੱਡੇ ਵੈਸਟਰਨ ਸਕਾਲਰਸ ਨੇ ਵੀ, ਮੈਕਲੋਡ ਨੇ ਵੀ ਇਹ ਗੱਲ ਨੂੰ ਉਸੇ ਤਰੀਕੇ ਦੇ ਨਾਲ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਤਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਸਿੱਖਾਂ ਦੇ ਉੱਤੇ ਕਿਤਾਬਾਂ ਲਿਖੀਆਂ, ਸਿੱਖੀ ਦੇ ਉੱਤੇ ਕਿਤਾਬਾਂ ਲਿਖੀਆਂ। ਸਿੱਖਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਬਦਕਿਸਮਤੀ ਦੇ ਨਾਲ ਇਸੇ ਕਿਸਮ। ਹੁਣ ਦੂਸਰੀ ਇੱਕ ਹੋਰ ਇੰਪੋਰਟੈਂਟ ਗੱਲ ਆ, ਪੰਜਾਬ ਦਾ ਜਿਹੜਾ ਸਭ ਤੋਂ ਵਾਈਟਲ ਇਸ਼ੂ ਸੀ, ਜਿਸ ਇਸ਼ੂ ਤੇ ਸਾਰਾ ਇਹ ਘਟਨਾਕ੍ਰਮ ਹੋਇਆ, ਘਿਨਾਉਣਾ ਘਟਨਾਕ੍ਰਮ ਹੋਇਆ, ਖੂਨੀ ਘਟਨਾਕ੍ਰਮ ਹੋਇਆ ਸੀ, ਪਾਣੀਆਂ ਦਾ ਰਿਵਰ ਵਾਟਰ ਇਸ਼ੂ। ਰਿਵਰ ਵਾਟਰ ਇਸ਼ੂ ਜਿਹੜਾ ਸੀ, ਪੰਜਾਬ ਦੇ ਦਰਿਆਈ ਪਾਣੀਆਂ ਨੂੰ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਇੰਡੀਅਨ ਸਟੇਟ ਨੇ ਪੰਜਾਬ ਵਿੱਚੋਂ ਕੱਢ ਕੇ ਲਿਜਾ ਕੇ ਹਿੰਦੂ ਸਟੇਟਾਂ ਵਿੱਚ ਦੇ ਦਿੱਤਾ, ਰਾਜਸਥਾਨ, ਹਰਿਆਣਾ ਔਰ ਇਸੇ ਤਰੀਕੇ ਨਾਲ ਦਿੱਲੀ। ਜਿਸ ਪ੍ਰਪੋਰਸ਼ਨ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਗਏ ਇਹਨਾਂ ਨੌਨ ਸਿੱਖ ਸਟੇਟਾਂ ਦੇ ਵਿੱਚ, ਉਸੇ ਪ੍ਰਪੋਰਸ਼ਨ ਦੇ ਨਾਲ ਪਨ ਬਿਜਲੀ ਵੀ ਗਈ। ਇੱਥੇ ਮੈਂ ਖਾਸ ਤੌਰ ਤੇ ਦੱਸਣਾ ਚਾਹੁੰਦਾ ਹਾਂ, ਹੁਣ ਇੱਕ ਗੱਲ ਦੱਸੂਗਾ ਜਿਹਦੇ ਨਾਲ ਲੋਕ ਸਿੱਖਾਂ ਦੀ ਮਾਨਸਿਕਤਾ ਨੂੰ ਸ਼ਾਇਦ ਥੋੜਾ ਬਹੁਤਾ ਦੁੱਖ ਵੀ ਤਕਲੀਫ ਵੀ ਲੱਗੇ। ਸਿੱਖ ਰੌਲਾ ਪਾਉਂਦੇ ਰਹੇ, ਬੜੀਆਂ ਆਵਾਜ਼ਾਂ ਬੁਲੰਦ ਕਰਦੇ ਰਹੇ, ਬੜੇ ਰੈਜ਼ੋਲੂਸ਼ਨ ਪਾਸ ਕਰਦੇ ਰਹੇ ਵੀ ਜੀ ਜਿਹੜਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਆ ਉਹ ਸਾਡੇ ਲਈ ਸਾਡਾ ਇੱਕ ਟ੍ਰੀਟਾਈਜ਼ ਆ ਜਿਹੜਾ ਅਸੀਂ ਅਚੀਵ ਕਰਨਾ। ਬਦਕਿਸਮਤੀ ਦੇ ਨਾਲ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਲਿਖਣ ਵਾਲਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਜਿਹੜਾ ਮਸਲਾ ਹੈ ਉਹ ਕਨਸਟੀਟਿਊਸ਼ਨਲ ਹੈ। ਉਹ ਮਤਲਬ ਸ਼ੇਅਰਿੰਗ ਦਾ ਕੁਐਸਚਨ ਨਹੀਂ, ਉਹਦੇ 'ਚ ਪਾਣੀ ਦੀ ਡਿਵੀਜ਼ਨ ਦਾ ਕੁਐਸਚਨ ਨਹੀਂ ਹੈ। ਪਾਣੀ ਦੀ ਡਿਵੀਜ਼ਨ ਤੇ ਜਿਹੜੇ ਸ਼ੇਅਰਿੰਗ ਦੀ ਗੱਲ ਹੈ, ਜੋ ਉੱਥੇ ਇਹ ਲਫ਼ਜ਼ ਯੂਜ਼ ਕਰ ਦਿੱਤੇ ਉਹਨਾਂ ਨੇ, ਜਿਹੜੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਲਿਖਣ ਵਾਲੇ ਸੀਗੇ, ਉਹਨਾਂ ਨੇ ਇਸ ਕਿਸਮ ਦੀ ਲਫ਼ਜ਼ ਯੂਜ਼ ਕਰ ਦਿੱਤੇ। ਜੇ ਸ਼ੇਅਰਿੰਗ ਆ ਤਾਂ ਸ਼ੇਅਰਿੰਗ ਤਾਂ ਹੋ ਗਈ, ਜੇ ਡਿਸਟ੍ਰੀਬਿਊਸ਼ਨ ਆ ਡਿਸਟ੍ਰੀਬਿਊਸ਼ਨ ਕਰ ਦਿੱਤੀ ਹੈ ਉਹਨਾਂ ਨੇ, ਫਿਰ ਤਾਂ ਰੌਲਾ ਕਿਸੇ ਗੱਲ ਦਾ ਹੀ ਨਹੀਂ। ਰੌਲਾ ਇਸ ਗੱਲ ਦਾ ਕਿ ਸਾਰਾ ਕੁਝ ਕੀਤਾ ਗਿਆ ਗੈਰ ਵਿਧਾਨਿਕ ਢੰਗ ਦੇ ਨਾਲ। ਹਿੰਦੂ ਇੱਕ ਨੈਰੇਟਿਵ ਦੇ ਰਿਹਾ, ਹਿੰਦੂ ਇੱਕ ਕਿਸਮ ਦੀ ਦਲੀਲ ਦੇ ਰਿਹਾ ਔਰ ਉਹ ਦਲੀਲ ਦੇ ਉੱਤੇ ਤੁਸੀਂ ਕਾਇਲ ਹੋ ਰਹੇ ਹੋ। ਔਰ ਉਸ ਜਿਹੜਾ ਡਾਕੂਮੈਂਟ ਜਿਨ੍ਹਾਂ ਨੇ ਬਣਾਇਆ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ, ਉਹ ਆਪਣੇ ਆਪ ਨੂੰ ਇਹ ਕਹਿੰਦੇ ਸੀ ਵੀ ਅਸੀਂ ਤਾਂ ਸਿੱਖਾਂ ਦੇ ਬਹੁਤ ਵੱਡੇ, ਸਦੀਆਂ ਤੋਂ ਵੱਡੇ, ਮਤਲਬ ਸਦੀਆਂ 'ਚ ਇਸ ਕਿਸਮ ਦੇ ਇੰਟੈਲੈਕਚੁਅਲ ਨਹੀਂ ਪੈਦਾ ਹੋਏ। ਤਾਂ ਇਹ ਗੱਲ ਬੜੀ ਦੁਖਦਾਈ ਹੈ ਕਿ ਉਹਨਾਂ ਨੇ ਉਸ ਗੱਲ ਦੀ ਗਹਿਰਾਈ ਤੱਕ ਜਾ ਕੇ ਸਮਝੀ ਨਹੀਂ, ਜਿਹੜੀ ਗੱਲ ਸਾਡੇ ਦੁਸ਼ਮਣ ਨੇ ਦਿੱਤੀ,
ਜਿਹੜਾ ਫਰੇਜ਼ ਦੁਸ਼ਮਣ ਨੇ ਯੂਜ਼ ਕੀਤਾ ਉਹੀ ਤੁਸੀਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਇਸਤੇਮਾਲ ਕਰ ਲਿਆ। ਇਹ ਮੈਂ ਬੜੇ ਦੁੱਖ ਨਾਲ ਗੱਲ ਕਹਿ ਰਿਹਾ। ਮੈਨੂੰ ਕਿਸੇ ਤਾਈਂ ਕੋਈ ਪ੍ਰੈਜੁਡਿਸ ਨਹੀਂ, ਪਰ ਮੈਨੂੰ ਆਪਣੀ ਕੌਮ ਦੇ ਨਾਲ, ਆਪਣੇ ਇਸ ਸੂਬੇ ਦੇ ਨਾਲ ਮਤਲਬ ਬਹੁਤ ਜ਼ਿਆਦਾ ਮੇਰੀ ਵਚਨਬੱਧਤਾ ਹੈ। ਮੈਂ ਕਹਿੰਦਾ ਮੇਰਾ ਕੋਈ ਵੀ ਮਤਲਬ ਮੂੰਹ ਚੋਂ ਲਿਖਿਆ ਹੋਇਆ ਲਫ਼ਜ਼ ਇਸ ਕੌਮ ਦੇ ਲਈ, ਮੇਰੇ ਧਰਮ ਦੇ ਲਈ, ਮੇਰੇ ਲੋਕਾਂ ਦੇ ਲਈ ਕੰਮ ਆ ਜਾਵੇ। ਤੋ ਮੈਂ ਜਦੋਂ ਸਾਰੀ ਚੀਜ਼ ਨੂੰ ਐਗਜ਼ਾਮਿਨ ਕੀਤਾ, ਸਾਰੀ ਚੀਜ਼ ਨੂੰ ਸਟੱਡੀ ਕੀਤਾ, ਤਾਂ ਮੇਰੇ ਦਿਲ ਦੇ ਵਿੱਚ ਬਹੁਤ ਦੁੱਖ ਹੋਇਆ ਇਸ ਗੱਲ ਦਾ ਵੀ ਸਾਡੇ ਜਿਹੜੇ ਇੰਟੈਲੈਕਚੁਅਲ ਸੀ ਉਸ ਵੇਲੇ ਦੇ, ਜਾਂ ਸਾਡੇ ਸਿਆਸਤਦਾਨ ਸੀ, ਜਾਂ ਤਾਂ ਉਹ ਸਰਕਾਰ ਦੇ ਜਿਹੜੇ ਸਾਨੂੰ ਲੁੱਟ ਰਹੇ ਸੀ, ਜਿਹੜੇ ਸਾਨੂੰ ਮਾਰ ਰਹੇ ਸੀ, ਜਿਹੜੇ ਸਾਨੂੰ ਇਕਨੋਮਿਕਲੀ ਤਬਾਹ ਕਰ ਰਹੇ ਸੀ, ਉਹਨਾਂ ਦੇ ਕਹੇ ਤੋਂ ਇਸ ਕਿਸਮ ਦੇ ਲਫ਼ਜ਼ ਇਸਤੇਮਾਲ ਕਰ ਲਏ, ਜਾਂ ਉਹਨਾਂ ਨੂੰ ਇਸ ਗੱਲ ਦੀ ਸੂਝ ਹੀ ਨਹੀਂ ਸੀ। ਸੋ ਇਸ ਕਰਕੇ ਕਦੇ ਵੀ ਇਹ ਗੱਲ ਨਹੀਂ ਕਹਿਣੀ ਵੀ ਪੰਜਾਬ ਦੇ ਪਾਣੀਆਂ ਦਾ ਸ਼ੇਅਰਿੰਗ ਜਾਂ ਡਿਸਟ੍ਰੀਬਿਊਸ਼ਨ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਕਨਸਟੀਟਿਊਸ਼ਨਲ। ਹਿੰਦੁਸਤਾਨ ਦੇ ਵਿਧਾਨ ਦੇ ਮੁਤਾਬਕ ਜੋ ਬਣਦਾ ਹੈ ਉਹ ਸਾਨੂੰ ਮਿਲਣਾ ਚਾਹੀਦਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਦੇ ਉੱਤੇ, ਔਰ ਉਸੇ ਤਰੀਕੇ ਦੇ ਨਾਲ ਜਿਹੜੀ ਪਣ ਬਿਜਲੀ ਆ ਉਹ ਵੀ ਸਾਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਦਰਿਆਈ ਪਾਣੀਆਂ ਦੀ ਬਾਈ ਪ੍ਰੋਡਕਟ ਹੈ, ਹਾਈਡਲ ਪਾਵਰ। ਤੋ ਹੁਣ ਇਸੇ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਉਸ ਵੇਲੇ ਦੀਆਂ ਬਹੁਤ ਕਿਸਮ ਦੀਆਂ ਗੱਲਾਂ ਕਰਦੀਆਂ ਰਹੀਆਂ, ਐਨਕਾਊਂਟਰ ਕਹਿ ਦਿੰਦੇ ਆ। ਹੁਣ ਵੀ ਉਹ ਇੱਕ ਯੂਪੀ ਦੇ ਵਿੱਚ ਕਿਸੇ ਦਾ ਐਨਕਾਊਂਟਰ ਕੀਤਾ। ਐਨਕਾਊਂਟਰ ਕੀ ਹੁੰਦਾ ਉਹ ਭਲਿਓ ਲੋਕੋ, ਉਸ ਦਾ ਤੁਸੀਂ ਮਤਲਬ ਦੇਖ ਲਓ। ਐਨਕਾਊਂਟਰ ਹੁੰਦਾ ਜਦੋਂ ਦੋਨਾਂ ਦੇ ਵਿਚਾਲੇ ਗੋਲੀ ਚੱਲੇ, ਇੱਕ ਪਾਸੇ ਪੁਲਿਸ ਹੋਵੇ, ਇੱਕ ਪਾਸੇ ਦੂਜਾ ਹੋਵੇ। ਤਾਂ ਜਿਹੜਾ ਐਨਕਾਊਂਟਰ ਨਿਹੱਥੇ ਬੰਦੇ ਨੂੰ ਮਾਰਨਾ, ਆਰਮਲੈਸ ਬੰਦੇ ਦੇ ਉੱਤੇ ਗੋਲੀ ਚਲਾ ਕੇ ਫੜੇ ਹੋਏ ਬੰਦੇ ਨੂੰ ਤੁਸੀਂ ਗੋਲੀਆਂ ਚਲਾ ਕੇ ਮਾਰ ਦਿਓ, ਐਨਕਾਊਂਟਰ ਨਹੀਂ ਹੁੰਦਾ, ਉਹ ਸਿਰਫ ਕਿਲਿੰਗ ਹੁੰਦੀ ਆ। ਉਸ ਨੂੰ ਜਾਂ ਤਾਂ ਅੰਗਰੇਜ਼ੀ 'ਚ ਤੁਸੀਂ ਫੇਕ ਐਨਕਾਊਂਟਰ ਕਹਿ ਲਓ। ਤੋ ਇਸੇ ਤਰੀਕੇ ਦੇ ਨਾਲ ਸੈਂਕੜੇ ਸਟੇਟਮੈਂਟਾਂ ਜਿਹੜੀਆਂ ਬਲੂ ਸਟਾਰ ਅਟੈਕ ਜਿਹੜਾ ਘੱਲੂਘਾਰਾ ਹੋਇਆ 1984 ਦਾ, ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ 'ਚ ਅੱਜ ਤੱਕ ਵੀ ਇਸੇ ਕਿਸਮ ਦੀਆਂ ਗੱਲਾਂ। ਹੁਣੇ ਐਨਕਾਊਂਟਰ ਕੀਤਾ ਨਾ ਅਮਰੀਕਾ ਦੇ ਵਿੱਚ ਕਾਲੇ ਦਾ ਗੋਰੇ ਨੇ, ਉਹ ਐਨਕਾਊਂਟਰ ਥੋੜ੍ਹਾ, ਇਸ ਕਲੀਅਰ ਕੱਟ ਮਰਡਰ। ਉਸ ਦਾ ਵਿਚਾਰੇ ਦਾ ਕਤਲ ਕੀਤਾ ਗਿਆ, ਉਸ ਨੂੰ ਮਾਰਿਆ ਗਿਆ ਦੁਰਦਿਸ਼ਾ ਦੇ ਨਾਲ, ਉਹਦੀ ਗਰਦਨ ਦੇ ਉੱਤੇ ਗੋਡਾ ਰੱਖ ਕੇ ਵਿਚਾਰੇ ਨੂੰ ਪਾਣੀ ਨਹੀਂ ਪੀਣ ਨੂੰ ਦਿੱਤਾ ਗਿਆ, ਔਰ ਇਸ ਮਤਲਬ ਕਿਰਨਾਂ ਦੇ ਵਿੱਚ ਉਸ ਨੂੰ ਖਤਮ ਕੀਤਾ ਗਿਆ, ਜਿਸ ਦੀ ਮਿਸਾਲ ਦੁਨੀਆ ਦੇ ਸਾਡੇ ਹਜ਼ਾਰਾਂ ਬੱਚੇ ਇਸ ਤਰੀਕੇ ਨਾਲ ਮਾਰ ਦਿੱਤੇ, ਐਨਕਾਊਂਟਰ ਕਹਿ ਦਿੱਤਾ ਗਿਆ। ਇਹ ਐਨਕਾਊਂਟਰ ਨਹੀਂ, ਇਹ ਕਲੀਅਰ ਕੱਟ ਮਰਡਰਸ ਹੈਗੇ ਆ, ਔਰ ਜਿਨ੍ਹਾਂ ਦੀ ਸ਼ਨਾਖਤ ਹੋ ਗਈ, ਜਿਨ੍ਹਾਂ ਦੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਸਜ਼ਾਵਾਂ ਹੋ ਗਈਆਂ, ਉਹ ਸਰਦਾਰ ਅਮਰਿੰਦਰ ਸਿੰਘ ਨੇ ਉਹਨਾਂ ਨੂੰ, ਜਿਹੜਾ ਚੀਫ ਮਿਨਿਸਟਰ ਪੰਜਾਬ ਦਾ, ਉਹਨਾਂ ਨੂੰ ਮਾਫੀ ਦੇ ਕੇ ਬਾਹਰ ਕੱਢ ਦਿੱਤਾ। ਤੋ ਐਨਕਾਊਂਟਰ ਨਹੀਂ ਹੈ। ਹੁਣ ਸੁਮੇਰ ਸਿੰਘ ਸੈਣੀ ਨੂੰ ਫੜਿਆ, ਇਹਨੇ ਕੋਈ ਐਨਕਾਊਂਟਰ ਥੋੜ੍ਹੇ ਕੀਤੇ। ਲੋਕਾਂ ਨੂੰ ਮਤਲਬ ਕਲੀਅਰ ਕੱਟ ਫੜ ਕੇ ਉਹਨਾਂ ਨੂੰ ਨਿਹੱਥੇ ਬਣਾ ਕੇ ਉਹਨਾਂ ਨੂੰ ਮਾਰਿਆ ਗਿਆ, ਕਤਲ ਹੈਗੇ ਆ, ਇਹ ਮਰਡਰ ਹੈਗੇ ਕਲੀਅਰ ਕੱਟ। ਪਰ ਕਿਉਂਕਿ ਐਨਕਾਊਂਟਰ ਜਿਹੜਾ ਰੂਲਰ ਹੈ ਉਹ ਇਸ ਗੱਲ ਨੂੰ ਮਲਾਈਨ ਕਰਨਾ ਚਾਹੁੰਦਾ ਵੀ ਐਨਕਾਊਂਟਰ ਹੋ ਗਿਆ, ਦੁਨੀਆ ਨੂੰ ਦਿਖਾਉਣਾ ਚਾਹੁੰਦਾ ਐਨਕਾਊਂਟਰ ਹੋ ਗਿਆ ਜੀ, ਅਸੀਂ ਕੁਝ ਨਹੀਂ ਕਰ ਸਕਦੇ। ਤੋ ਇਹ ਸਾਰੀਆਂ ਜਿਹੜੀਆਂ ਇਸ ਕਿਸਮ ਦੇ ਨੈਰੇਟਿਵ ਹੈ, ਮੈਂ ਆਪਣੀ ਕੌਮ ਨੂੰ ਇਹ ਕਹਿਣਾ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਸਮਝ ਲਓ ਕਿ ਇਹ ਨੈਰੇਟਿਵ ਕੌਣ ਦੇ ਰਿਹਾ, ਇਸ ਦੇ ਪਿੱਛੇ ਬਹੁਤ ਚੀਜ਼ਾਂ ਛੁਪੀਆਂ ਹੋਈਆਂ। ਹੁਣ ਹੋਰ ਦੇਖੋ, 1984 ਨਵੰਬਰ ਦੇ ਵਿੱਚ ਦਿੱਲੀ ਤੇ ਦਿੱਲੀ ਤੋਂ ਬਾਹਰ ਸਾਰੇ ਮੁਲਕ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ, ਸਾਰੇ ਕਸਬਿਆਂ ਦੇ ਉੱਤੇ, ਸੜਕਾਂ ਦੇ ਉੱਤੇ, ਰੇਲਵੇ ਸਟੇਸ਼ਨਾਂ ਦੇ, ਰੇਲਵੇ ਗੱਡੀਆਂ ਦੇ ਵਿੱਚ ਕੀ ਹੋਇਆ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ, ਸਿੱਖਾਂ ਦਾ ਕਤਲੋਗਾਰਤ ਹੋਇਆ। ਪਰ ਉਹ ਜਿਹੜਾ ਰੂਲਰ ਆ ਉਹ ਕੀ ਕਹਿ ਰਿਹਾ, ਕਮਿਊਨਲ ਰਾਈਟਸ ਹੋਏ ਜੀ, ਰਾਈਟਸ ਹੋਏ। ਹੈਰਾਨੀ ਦੀ ਗੱਲ ਹੈ, ਬਹੁਤ ਪੜ੍ਹੇ ਲਿਖੇ ਸਿੱਖ ਵਿਚਾਰਵਾਨ ਵੀ ਉਸ ਨੂੰ ਰਾਈਟਸ ਕਹਿ ਦਿੰਦੇ ਆ। ਜਦੋਂ ਤੁਸੀਂ ਰਾਈਟਸ ਕਹਿ ਦਿੱਤੇ ਤਾਂ ਤੁਹਾਡੇ ਹੱਥ ਵਿੱਚ ਕੋਈ ਦਲੀਲ ਹੀ ਨਹੀਂ, ਤੁਹਾਡੇ ਹੱਥ ਵਿੱਚ ਕੋਈ ਮਤਲਬ ਗੱਲ ਹੀ ਨਹੀਂ ਹੈ। ਜੇ ਰਾਈਟਸ ਕੀ ਹੁੰਦੇ ਆ, ਰਾਈਟਸ ਦਾ ਮਤਲਬ ਤੁਸੀਂ ਡਿਕਸ਼ਨਰੀ 'ਚ ਦੇਖ ਲਓ, ਘਰ ਘਰ ਦੇ ਵਿੱਚ ਡਿਕਸ਼ਨਰੀ ਹੈ, ਇੰਗਲਿਸ਼ ਪੰਜਾਬੀ ਡਿਕਸ਼ਨਰੀ ਹੈ। ਰਾਈਟਸ ਹੁੰਦੇ ਆ ਬਿਟਵੀਨ ਦ ਟੂ, ਜਦੋਂ ਦੋਨਾਂ ਦੇ ਵਿੱਚ, ਦੋਨਾਂ ਕੋਲ ਹਥਿਆਰ ਹੋਣ, ਦੋਨੇ ਆਪਸ ਦੇ ਵਿੱਚ ਲੜਨ ਤੇ ਭਿੜਨ, ਜਿਹੜੀ ਪੁਲਿਸ ਜਾਂ ਜੋ ਵੀ ਉੱਥੇ ਦਾ ਐਡਮਿਨਿਸਟ੍ਰੇਸ਼ਨ ਉਹ ਨਾ ਉਸ ਦੇ ਵਿੱਚ ਇਨਵੋਲਵਡ ਹੋਵੇ।
ਸਾਡਾ ਤਾਂ ਉੱਥੇ ਜੈਨੋਸਾਈਡ ਹੋਇਆ। ਔਰ ਦੇਖੋ ਕਮਾਲ ਦੀ ਗੱਲ ਆ, ਹੁਣ ਜਦੋਂ ਬਾਹਰ ਵਸਦੇ ਸਿੱਖ, ਚਾਹੇ ਜਿੱਥੇ ਵੀ ਸਿੱਖਾਂ ਦੀ ਆਬਾਦੀ ਆ, ਉੱਥੇ ਦੀਆਂ ਜਿਹੜੀਆਂ ਅਸੈਂਬਲੀਆਂ ਜਾਂ ਕੋਈ ਲੈਜਿਸਲੇਟਿਵ ਕੌਂਸਲਸ ਹੈਗੀਆਂ, ਉੱਥੇ ਜੈਨੋਸਾਈਡ ਦਾ ਇਸਤੇਮਾਲ ਕਰਦੇ ਆ ਲਫ਼ਜ਼, ਤਾਂ ਸਿੱਖ ਇੰਡੀਅਨ ਸਟੇਟ ਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਗੱਲ ਦੀ। ਉਹ ਬਹੁਤ ਤੜਫਦੇ ਆ ਇਸ ਗੱਲ ਦੇ ਉੱਤੇ ਵੀ ਜੈਨੋਸਾਈਡ ਲਫ਼ਜ਼ ਨਾ ਯੂਜ਼ ਕੀਤਾ ਜਾਵੇ। ਤੋ ਉਹ ਕਹਿੰਦੇ ਆ ਰਾਈਟਸ ਤਾਂ ਅਸੀਂ ਐਕਸੈਪਟ ਕਰ ਲਾਂਗੇ। ਰਾਈਟਸ ਕੀ ਹੈ? ਜਾਂ ਤਾਂ ਸਿੱਖਾਂ ਦੇ ਹੱਥ ਦੇ ਵਿੱਚ ਵੀ ਬੰਦੂਕਾਂ ਹੁੰਦੀਆਂ, ਸਿੱਖਾਂ ਦੇ ਹੱਥ ਦੇ ਵਿੱਚ ਵੀ ਗਨ ਪਾਊਡਰ ਹੁੰਦਾ ਜਿਹੜਾ ਤੁਸੀਂ ਇਸਤੇਮਾਲ ਕੀਤਾ, ਸਿੱਖਾਂ ਦੇ ਹੱਥ ਵਿੱਚ ਵੀ ਪੈਟਰੋਲ, ਟਾਇਰਾਂ ਦੇ ਵਿੱਚ ਪੈਟਰੋਲ ਪਾਏ ਹੋਏ ਹੁੰਦੇ ਤੇ ਪੁਲਿਸ ਬਾਹਰ ਖੜੀ ਹੁੰਦੀ, ਨਿਊਟਰਲ ਹੁੰਦੀ। ਉੱਥੇ ਤਾਂ ਪੁਲਿਸ ਇਨਵੋਲਵਡ ਹੈ, ਪੈਰਾਮਿਲਟਰੀ ਫੋਰਸਿਸ ਇਨਵੋਲਵਡ ਹੈ, ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਾਈ ਗਈ, ਉਹਨਾਂ ਨੂੰ ਐਡਰੈਸਿਸ ਦਿੱਤੇ ਗਏ ਵੀ ਇੱਥੇ ਤਾਂ ਸਿੱਖ ਟੈਨੈਂਟ ਆ, ਇੱਥੇ ਸਿੱਖ ਲੈਂਡਲੌਰਡ ਆ, ਇਸ ਘਰ ਦੇ ਵਿੱਚ ਸਾਰੀਆਂ ਡਿਟੇਲਸ ਦਿੱਤੀਆਂ ਗਈਆਂ। ਔਰ ਉਹਨਾਂ ਨੂੰ ਟਾਇਰ ਦੇ ਕੇ ਉਹਨਾਂ 'ਚ ਕੈਰੋਸੀਨ ਇਸੇ ਤਰੀਕੇ ਨਾਲ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਲਾ ਕੇ ਸਿੱਖਾਂ ਦੇ ਗਲਾਂ ਦੇ ਵਿੱਚ ਪਾਇਆ ਗਿਆ। ਸਿੱਖ ਬੀਬੀਆਂ ਦਾ ਗੈਂਗ ਰੇਪ ਕੀਤਾ ਗਿਆ, ਗੁਰਦੁਆਰੇ ਸਾੜੇ ਗਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੱਦ ਕਿਸਮ ਦੀ ਬੇਇੱਜ਼ਤੀ ਕੀਤੀ ਗਈ। ਤੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਰਾਈਟਸ ਥੋੜ੍ਹਾ, ਇਹ ਤਾਂ ਇੱਕ ਪਲੈਨਡ ਕਿਸਮ ਦਾ ਜੈਨੋਸਾਈਡ ਹੈ ਤਾਂ ਕਿ ਸਿੱਖਾਂ ਦੀ ਮਾਨਸਿਕਤਾ ਨੂੰ ਪੂਰਨ ਤੌਰ ਦੇ ਉੱਤੇ ਝੰਜੋੜ ਦਿੱਤਾ ਜਾਵੇ, ਤਾਂ ਕਿ ਉਹ ਕਦੇ ਅੱਗੇ ਨੂੰ ਅੱਖ ਚੱਕ ਕੇ ਗੱਲ ਹੀ ਨਾ ਕਰ ਸਕਣ, ਉਹ ਹਮੇਸ਼ਾ ਅਧੀਨ ਹੋ ਜਾਣ, ਉਹਨਾਂ ਦੇ ਵਿੱਚ ਸਲੇਵਿਸ਼ ਕਿਸਮ ਦੀ ਮੈਂਟੈਲਿਟੀ ਕਲਟੀਵੇਟ ਹੋ ਜਾਵੇ, ਉਹ ਐਕਸੈਪਟ ਕਰ ਲੈਣ ਐਜ਼ ਅ ਫੇਟ ਕੰਪਲੀ ਵੀ ਸਾਡੀ ਕਿਸਮਤ ਦੇ ਵਿੱਚ ਹੀ ਇਹ ਲਿਖਿਆ ਹੋਇਆ। ਤੋ ਜਿਸ ਤਰੀਕੇ ਦੇ ਨਾਲ ਬ੍ਰਾਹਮਣ ਨੇ, ਦੇਖੋ ਕਮਾਲ ਦੀ ਗੱਲ, ਬ੍ਰਾਹਮਣ ਨੇ ਮਨੂ ਸਮ੍ਰਿਤੀ ਲਿਖ ਕੇ, ਮਨੂ ਨੇ ਇੱਕ ਇਸ ਕਿਸਮ ਦੀ ਮਾਨਸਿਕਤਾ ਪ੍ਰੋਡਿਊਸ ਕਰ ਦਿੱਤੀ ਜਿਹੜਾ ਦਲਿਤ ਵਰਗ ਹੈ ਕਿ ਮੈਂ ਤਾਂ ਬ੍ਰਾਹਮਣ ਦੇ ਅਧੀਨ ਹੈ, ਮੈਂ ਤਾਂ ਸਿਰਫ ਸਿਰ ਝੁਕਾਉਣ ਜੋਗਾ ਹੀ ਆ, ਮੈਂ ਤਾਂ ਸਿਰਫ ਉਹਦੀ ਸੇਵਾ ਕਰਨ ਜੋਗਾ ਹੀ ਆ। ਔਰ ਦੇਖੋ ਮੈਂ ਹੁਣ ਬੜੇ ਦੁੱਖ ਦੀ ਗੱਲ ਕਹਿਣਾ, ਅੱਜ ਵੀ ਇਹਨਾਂ ਸਟੇਟਾਂ 'ਚ, ਬਿਹਾਰ ਦੇ ਵਿੱਚ ਤੁਸੀਂ ਦੇਖ ਲਓ, ਯੂਪੀ ਦੇ ਵਿੱਚ ਤੁਸੀਂ ਦੇਖ ਲਓ, ਕੀ ਹੈ ਇੱਕ ਡੋਲੀ ਦੀ ਰਸਮ ਹੈ ਜਿਸ ਦੇ ਉੱਤੇ ਬਹੁਤ ਕਿਤਾਬਾਂ ਲਿਖੀਆਂ ਹੋਈਆਂ। ਜਦੋਂ ਕੋਈ ਦਲਿਤ ਵਿਚਾਰਾ ਸ਼ਾਦੀ ਕਰਾ ਕੇ ਲਿਆਉਂਦਾ ਤਾਂ ਉੱਥੇ ਦੇ ਜਿਹੜੇ ਰਾਜਪੂਤ ਭੂਮੀਆਰਸ ਉਹਨਾਂ ਨੂੰ ਕਹਿੰਦੇ ਆ, ਜਿਹੜੇ ਜ਼ਮੀਨਾਂ ਦੇ ਮਾਲਕ ਆ, ਉਹ ਆਪਣੀ ਜਿਹੜੀ ਨਵੀਂ ਵਿਆਹੀ ਔਰਤ ਹੈ ਉਸ ਨੂੰ ਉਸਦੇ ਘਰ ਵਿੱਚ ਛੱਡਦਾ 1 ਦਿਨ ਜਾਂ 2 ਦਿਨ ਲਈ। ਔਰ ਹੁਣ ਵੀ ਦੇਖੋ ਤੁਸੀਂ ਕੀ ਹੋ ਰਿਹਾ, ਜੇ ਕੋਈ ਦਲਿਤ ਵਿਚਾਰਾ ਕਿਸੇ ਪਿੰਡ ਦੇ ਵਿੱਚ ਮੁੱਛ ਰੱਖ ਲਵੇ, ਉਸ ਨੂੰ ਕੀ ਕੀਤਾ ਜਾਂਦਾ, ਉਸ ਨੂੰ ਮਤਲਬ ਇਸ ਦੁਰਦਸ਼ਾ ਦੇ ਨਾਲ ਮਾਰਿਆ ਕੁੱਟਿਆ, ਉਸ ਤੇ ਜ਼ੁਲਮੋ ਸਿਤਮ ਹੁੰਦਾ, ਉਹਦੀ ਮੌਬ ਲਿੰਚਿੰਗ ਕੀਤੀ ਜਾਂਦੀ। ਇੱਥੇ ਬਸ ਨਹੀਂ, ਜੇ ਉਹ ਵਿਚਾਰਾ ਘੋੜੇ ਤੇ ਚੜ ਜੇ ਉਹਦੀ ਮੌਬ ਲਿੰਚਿੰਗ ਕੀਤੀ ਜਾਂਦੀ। ਔਰ ਇਸ ਗੱਲ ਨੂੰ ਐਕਸੈਪਟਡ ਨੋਰਮ ਸਮਝਿਆ ਜਾਂਦਾ ਉਸ ਸਮਾਜ ਦਾ। ਤੋ ਇਸ ਕਿਸਮ ਦੀ ਉਹਨਾਂ ਦੇ ਵਿੱਚ ਹੀਨਤਾ ਦੀ ਭਾਵਨਾ ਪੈਦਾ ਕੀਤੀ ਜਾਂਦੀ ਆ ਉਹਨਾਂ ਲੋਕਾਂ ਦੇ ਵਿੱਚ ਕਿ ਉਹ ਇਹ ਸਮਝ ਹੀ ਲੈਣ ਵੀ ਇਹ ਸਾਡੀ ਕਿਸਮਤ ਹੈ, ਇਸ ਤੋਂ ਵੱਧ ਅਸੀਂ, ਇਹ ਸਾਡੇ ਲੇਖਾਂ ਦੇ ਵਿੱਚ ਹੀ ਲਿਖੀ ਹੋਈ ਚੀਜ਼ ਹੈ, ਅਸੀਂ ਇਸ ਦੇ ਉੱਤੇ ਕੋਈ ਆਵਾਜ਼ ਬੁਲੰਦ ਕਰ ਹੀ ਨਹੀਂ ਸਕਦੇ। ਇਹ ਐਡੀ ਭਿਆਨਕ ਦੁਰਦਸ਼ਾ ਹੈ, ਐਡੀ ਬੜੇ ਮੁਲਕ ਦੇ ਵਿੱਚ ਐਡੀ ਬੜੀ ਆਬਾਦੀ ਦੇ ਨਾਲ ਇਸ ਕਿਸਮ ਦਾ ਤੁਸੀਂ ਹਰ ਪਹਿਲੂ ਤੋਂ ਜ਼ੁਲਮੋ ਸਿਤਮ ਕਰ ਰਹੇ ਹੋ। ਘੱਟ ਗਿਣਤੀਆਂ ਆ ਮੁਸਲਮਾਨਾਂ ਦੀ ਮੌਬ ਲਿੰਚਿੰਗ ਹੋਈ, ਇਸੇ ਤਰੀਕੇ ਦੇ ਸਾਡੀਆਂ ਮੌਬ ਲਿੰਚਿੰਗ ਕਿੰਨੀਆਂ ਮੈਸਿਵ ਸਕੇਲ ਤੇ ਹੋਈਆਂ ਜਿਨ੍ਹਾਂ ਦੀ ਤੁਸੀਂ ਗਿਣਤੀ ਕਰ ਹੀ ਨਹੀਂ ਸਕਦੇ, ਜਿਨ੍ਹਾਂ ਨੂੰ ਤੁਸੀਂ ਉਂਗਲੀਆਂ ਤੇ ਗਿਣੇ ਨਹੀਂ ਸਕਦੇ। ਤੋ ਇਸ ਕਰਕੇ ਇਹ ਸਾਰੀ ਜਿਹੜੀ ਚੀਜ਼ ਹੈ, ਇੱਕ ਜਿਹੜਾ ਗੁਰੂ ਨੇ ਕੀ ਕੀਤਾ, ਗੁਰੂ ਦੀ ਦੇਖੋ ਕਮਾਲ ਦੀ ਗੱਲ, ਉਹ ਬ੍ਰਾਹਮਣ ਦੇ ਨੈਰੇਟਿਵ ਨੂੰ ਸਮਝਦਾ ਸੀ। ਉਹ ਕੀ ਗੁਰੂ ਨੇ ਕੀ ਕਿਹਾ, ਗੁਰੂ ਨੇ ਕਿਹਾ ਵੀ ਜਿਹੜੀ ਅਣਖ ਆ ਬੰਦੇ ਦੀ, ਸੈਲਫ ਅਸਟੀਮ ਹੈ, ਉਹ ਸਭ ਤੋਂ ਇੰਪੋਰਟੈਂਟ ਹੈ। ਔਰ ਉਹ ਅਣਖ, ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿੱਖ ਨੇ, ਚੜ੍ਹਦੀ ਕਲਾ ਦੇ ਵਿੱਚ ਸਿੱਖ ਨੇ ਆਪ ਹੀ ਨਹੀਂ ਰਹਿਣਾ। ਜਿਨ੍ਹਾਂ ਤੇ ਜ਼ੁਲਮੋ ਸਿਤਮ ਹੋ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਵੀ ਨਾਰਾ ਮਾਰਨਾ, ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਾਉਣਾ ਵੀ ਇਸ ਧਰਤੀ ਦੇ ਤੁਸੀਂ ਵੀ ਮਾਲਕ ਹੋ। ਇਕੁਐਲਿਟੀ ਤੋਂ ਬਾਅਦ ਰਾਜ ਦਾ ਸੰਕਲਪ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਪਾਉਣਾ, ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਇਸ ਕਿਸਮ ਦਾ ਸੁਪਨਾ ਹੈ ਕਾਮਨਵੈਲਥ ਦਾ, ਜਿਸ ਦੇ ਵਿੱਚ ਸਾਰੇ ਸਾਂਝੀਵਾਲ ਆ, ਉਹਦੇ 'ਚ ਕੋਈ ਓਪਰਾ ਹੈ ਹੀ ਨਹੀਂ, ਬੇਗਾਨਾ ਕੋਈ ਹੈ ਹੀ ਨਹੀਂ, ਬੇਗਾਨਗੀ ਦਾ ਅਹਿਸਾਸ ਹੀ ਨਹੀਂ ਕਰਨਾ। ਅੱਜ ਦੇਖੋ, ਜੇ ਮੋਦੀ ਸਾਹਿਬ
ਉੱਥੇ ਦੀ ਗੱਲ ਕਰਦੇ ਆ ਗੁਜਰਾਤ ਦੀ। ਉਹ ਕਹਿੰਦੇ ਗੁਜਰਾਤ ਅਸੀਮਤ ਆ, ਉਹਦਾ ਮਤਲਬ ਗੁਜਰਾਤੀ ਅਸੀਮਤਾ ਦਾ ਮਤਲਬ ਪ੍ਰਾਈਡ ਆਫ ਗੁਜਰਾਤ। ਇਸੇ ਤਰੀਕੇ ਨਾਲ ਜੇ ਮਰਾਠਾ ਗੱਲ ਕਰ ਰਿਹਾ ਮਹਾਰਾਸ਼ਟਰ ਦੇ ਵਿੱਚ, ਉਹ ਕਹਿੰਦਾ ਮਰਾਠਾ ਮਾਨੁਸ਼, ਪ੍ਰਾਈਡ ਆਫ ਦੀ ਮਰਾਠਾਸ। ਤੇ ਜੇ ਕੋਈ ਹੋਰ ਇਹ ਗੱਲ ਕਹਿ ਦੇਵੇ ਵੀ ਪ੍ਰਾਈਡ ਆਫ ਦੀ ਸਿੱਖ, ਤਾਂ ਉਹਨਾਂ ਨੂੰ ਚੁਭਦਾ ਫਿਰ ਉਹ ਟੈਰਰਿਸਟ ਆ, ਫਿਰ ਉਹ ਮਿਲੀਟੈਂਟ ਆ, ਫਿਰ ਉਹ ਵਾਇਲੈਂਟ ਆ, ਫਿਰ ਉਹ ਅਨਰੀਜ਼ਨੇਬਲ ਆ, ਇਰੈਸ਼ਨਲ ਆ। ਤੋ ਅੱਜ ਸਾਨੂੰ ਜ਼ਰੂਰਤ ਹੈ, ਮੈਂ ਇੱਥੇ ਇੱਕ ਖਾਸ ਤੌਰ ਤੇ ਗੱਲ ਕਹਿ ਰਿਹਾ, ਹੁਣ ਇੰਡੋ ਚਾਈਨਾ ਕਨਫਲਿਕਟ ਹੋ ਰਿਹਾ। ਦੇਖੋ ਉਸ ਕਨਫਲਿਕਟ ਦੇ ਵਿੱਚ ਕੀ ਆ, ਨੈਰੇਟਿਵ ਉਹਨਾਂ ਨੇ ਸੈੱਟ ਕਰ ਦਿੱਤਾ ਚੀਨੀਆਂ ਨੇ, ਕਿਉਂਕਿ ਉਹ ਸੁਪੀਰੀਅਰ ਆ ਇਹਨਾਂ ਨਾਲੋਂ। ਚੀਨੀਆਂ ਦੇ ਨੈਰੇਟਿਵ ਦੇ ਉੱਤੇ ਇਹ ਗੱਲ ਕੋਈ ਕਹਿ ਨਹੀਂ ਸਕਦੇ। ਕੀ ਕਿਹਾ ਜੀ ਚੀਨੀਆਂ ਨੇ? ਅੱਜ ਦੇ ਅਖਬਾਰ ਵਿੱਚ ਹੀ ਹੈ, ਅਸੀਂ ਵੀ ਵਿਲ ਸੇਫਗਾਰਡ ਗਲਵਾਨ, ਵੀ ਵਿਲ ਫਰਮਲੀ ਸੇਫਗਾਰਡ ਗਲਵਾਨ, ਵੀ ਅਸੀਂ ਪੂਰੇ ਤਰੀਕੇ ਦੇ ਨਾਲ, ਪੂਰੇ ਜੋਸ਼ ਦੇ ਨਾਲ, ਪੂਰੀ ਤਾਕਤ ਦੇ ਨਾਲ ਗਲਵਾਨ ਨੂੰ ਪ੍ਰੋਟੈਕਟ ਕਰਾਂਗੇ। ਇਹ ਇੰਡੀਅਨ ਸਟੇਟ ਕਹਿੰਦੀ ਹੈ ਗਲਵਾਨ ਦੇ ਵਿੱਚ ਉਹਨਾਂ ਦਾ 1% ਵੀ ਕਿਸੇ ਕਿਸਮ ਦੀ ਹਿੱਸਾ ਨਹੀਂ ਹੈ, ਪਰ ਉਹਨਾਂ ਨੇ ਫੋਰਸੀਬਲੀ ਕਬਜ਼ਾ ਕਰਕੇ ਇਹ ਈਡੀਅਮ ਸੈੱਟ ਕਰਤਾ ਵੀ ਇਹ ਤਾਂ ਸਾਡਾ। ਦੂਸਰੇ ਪਾਸੇ ਦੇਖੋ, ਜੇ ਹੁਣ ਗੱਲਬਾਤ ਵੀ ਦੋਨਾਂ ਧਿਰਾਂ ਦੀ ਹੋ ਰਹੀ ਆ ਬੜੇ ਜਨਰਲ ਲੈਵਲ ਦੇ ਉੱਤੇ ਵੀ, ਉਹ ਤਾਂ ਕਹਿੰਦੇ ਵੀ ਅਸੀਂ ਤਾਂ ਫਿਰ ਦੂਸਰੇ ਪਾਸੇ ਮੋਦੀ ਸਾਹਿਬ ਬੜਾ ਛਾਤੀ ਤਾਣ ਕੇ ਗੱਲ ਕਰਦੇ ਆ ਵੀ ਨਾ ਉਹ ਘੁਸੇ ਆ ਇਸ ਮੁਲਕ ਮੇਂ, ਨਾ ਉਹਨਾਂ ਨੇ ਕੋਈ ਚੀਜ਼ ਆਕੂਪਾਈ ਕੀਤੀ ਹੈ। ਨੈਰੇਟਿਵ ਆਪੋਜ਼ਿਟ ਹੋ ਗਿਆ ਨਾ। ਜਿਹੜਾ ਜਦੋਂ ਪਾਕਿਸਤਾਨ ਦੀ ਗੱਲ ਹੈ ਉਦੋਂ ਤਾਂ 56 ਇੰਚ ਦੀ ਛਾਤੀ ਨਿਕਲੇ, ਮੁਸਲਮਾਨਾਂ ਨੂੰ ਕੁਚਲਣਾ ਹਿੰਦੁਸਤਾਨ ਦੇ ਵਿੱਚ, ਸਿੱਖਾਂ ਦੇ ਨਾਲ ਵਿਤਕਰੇ ਕਰਨੇ ਆ। ਹਜ਼ਾਰਾਂ ਸਿੱਖ ਰਨ ਕੱਛ ਦੇ ਵਿੱਚ 1965 ਦੇ ਵਿੱਚ ਉਹਨਾਂ ਨੇ ਇੱਧਰੋਂ ਜ਼ਮੀਨਾਂ ਜਾਇਦਾਦਾਂ ਆਪਣੇ ਚੁੱਲ੍ਹੇ ਵੇਚ ਕੇ ਉੱਥੇ ਜ਼ਮੀਨਾਂ ਜਾਇਦਾਦਾਂ ਖਰੀਦ ਕੇ ਰਜਿਸਟਰੀਆਂ ਕਰਾਈਆਂ, ਇੰਤਕਾਲ ਕਰਾਏ, ਪੋਜੈਸ਼ਨ ਲਿਆ, ਔਰ ਉਹਨਾਂ ਚੀਜ਼ਾਂ ਨੂੰ, ਉਸ ਜ਼ਮੀਨਾਂ ਨੂੰ ਡਿਵੈਲਪ ਕੀਤਾ, ਔਰ ਉਹਨਾਂ ਦੇ ਉੱਤੇ ਹੁਣ ਫੋਰਸੀਬਲੀ ਆਪਣਾ ਜਿਹੜੇ ਹੈਗੇ ਸਾਡੇ ਮੋਦੀ ਸਾਹਿਬ ਬਤੌਰ ਚੀਫ ਮਿਨਿਸਟਰ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਉਜਾੜੋ, ਇੱਥੋਂ ਧੱਕਾ ਕਰੋ। ਉਹ ਵਿਚਾਰੇ ਕੋਰਟ ਕੋਲ ਗਏ, ਕੋਰਟ ਨੇ ਫੈਸਲਾ ਕੀਤਾ ਵੀ ਇਹ ਤਾਂ ਜ਼ਮੀਨਾਂ ਇਹਨਾਂ ਦੀਆਂ। ਹਰ ਇਹਨਾਂ ਨੇ ਪ੍ਰਕਿਰਿਆ ਜਿਹੜੀ ਕਾਨੂੰਨੀ ਹੈਗੀ ਇਸ ਮੁਲਕ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਉਹ ਪ੍ਰੋਸੈਸ ਅਡਾਪਟ ਕੀਤਾ, ਰਜਿਸਟਰੀਆਂ ਕਰਾਈਆਂ, ਇੰਤਕਾਲ ਕਰਾਏ, ਪੋਜੈਸ਼ਨ ਲਿਆ, ਉਹਨੂੰ ਡਿਵੈਲਪ ਕੀਤਾ, ਔਰ ਇੰਨੀ ਦੇਰ ਤੋਂ ਉਸ ਨੂੰ ਉਹ ਬੀਜ ਰਹੇ ਆ, ਬੋ ਰਹੇ ਆ। ਤਾਂ ਉਸ ਤੋਂ ਬਾਅਦ ਉਹ ਮੋਦੀ ਨੇ ਉਸ ਫੈਸਲੇ ਦੇ ਖਿਲਾਫ ਉੱਥੇ ਦੇ ਗੁਜਰਾਤ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ। ਉਹ ਗੁਜਰਾਤ ਹਾਈ ਕੋਰਟ ਨੇ ਵੀ ਫੈਸਲਾ ਉਹਨਾਂ ਦੇ ਹੱਕ ਵਿੱਚ ਦੇ ਦਿੱਤਾ। ਫਿਰ ਮੋਦੀ ਨੇ ਜਾ ਕੇ ਹੁਣ ਸੁਪਰੀਮ ਕੋਰਟ 'ਚ ਅਪੀਲ ਕੀਤੀ ਵੀ ਆ। ਹੁਣ ਇਸੇ ਤਰੀਕੇ ਦੇ ਨਾਲ ਦੂਸਰੇ ਪਾਸੇ ਤੁਸੀਂ ਦੇਖੋ, ਆਹ ਯੂਪੀ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਨੈਰੇਟਿਵ ਸੈੱਟ ਕੀਤਾ ਜਾ ਰਿਹਾ। ਕਿਸ ਕਿਸਮ ਦਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਵੀ ਜਿਹੜੇ ਸਿੱਖ ਹੈ ਇਹਨਾਂ ਨੇ ਦੂਜੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਜ਼ਾਬਰੀ ਕਬਜ਼ੇ ਕੀਤੇ ਹੋਏ ਆ, ਉਹਨਾਂ ਨੂੰ ਵਾਹ ਰਹੇ ਆ, ਔਰ ਉਹਨਾਂ ਨੂੰ ਉਹਦੇ ਉੱਤੇ ਆਪਣੀ ਪ੍ਰੋਸਪੈਰਿਟੀ ਬਿਲਡ ਕਰ ਰਹੇ ਆ। ਮੈਂ ਹੁਣੇ ਸਾਰੀ ਚੀਜ਼ ਉੱਥੇ ਦੇ ਯੂਪੀ ਦੇ ਲੋਕਾਂ ਦੀ ਦੁਰਦਸ਼ਾ ਜਿਹੜੀ ਹੋ ਰਹੀ ਆ, ਜੋ ਉਹਨਾਂ ਤੇ ਜ਼ੁਲਮ ਸਿਤਮ ਹੋ ਰਿਹਾ, ਉਸ ਦੀ ਕੋਖ ਕੀਤੀ। ਨਤੀਜਾ ਨਿਕਲਿਆ ਉਹ ਵਿਚਾਰੇ, ਕਿਸੇ ਕੋਲ 2 ਏਕੜ ਜ਼ਮੀਨ ਹੈ, ਕਿਸੇ ਕੋਲ 4 ਏਕੜ ਜ਼ਮੀਨ ਹੈ, ਕਿਸੇ ਕੋਲ ਵੱਧ ਤੋਂ ਵੱਧ 5 ਏਕੜ। ਉਹ ਆਪਣੀ ਜ਼ਿੰਦਗੀ ਹੀ ਬਸਰ ਕਰ ਰਹੇ ਆ ਰੋਟੀ ਰੋਜ਼ੀ ਖਾ ਕੇ, ਰੋਟੀ ਰੋਜ਼ੀ ਦੇ ਨਾਲ ਸਖਤ ਮਿਹਨਤ ਕਰ ਰਹੇ ਆ। ਪਰ ਜਿਹੜੀ ਯੂਪੀ ਦੀ ਸਰਕਾਰ ਹੈ ਜੋਗੀ ਦੀ, ਉਹ ਕਹਿ ਰਹੀ ਆ ਵੀ ਇਹ ਤਾਂ ਜ਼ਮੀਨਾਂ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਕਬਜ਼ੇ ਦੇ ਵਿੱਚ ਕੀਤੀਆਂ ਹੋਈਆਂ। ਤੋਂ ਨੈਰੇਟਿਵ ਸੈੱਟ ਕਰ ਦਿੱਤਾ, ਔਰ ਉੱਥੋਂ ਦੇ ਜਦੋਂ ਤੁਸੀਂ ਇਹ ਨੈਰੇਟਿਵ ਦਿਓਗੇ, ਇਹ ਤੁਸੀਂ ਦਲੀਲ ਦਿਓਗੇ, ਇਹ ਆਰਗੂਮੈਂਟ ਤੁਸੀਂ ਪੁੱਟ ਕਰੋਗੇ, ਤਾਂ ਉੱਥੋਂ ਦੇ ਲੋਕ ਕੁਦਰਤੀ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਹੋ ਜਾਣਗੇ, ਕਿਉਂਕਿ ਸਿੱਖਾਂ ਦੀ ਤਾਂ ਪਹਿਚਾਣ ਹੈਗੀ ਹੈ। ਤੋਂ ਇਹ ਸਾਰੀ ਚੀਜ਼ ਜਿਹੜੀ ਕੀਤੀ ਜਾ ਰਹੀ ਹੈ, ਪਹਿਲਾਂ ਤਾਂ ਇੱਕ ਨੈਰੇਟਿਵ ਸੈੱਟ ਕਰ ਲਓ, ਔਰ ਨੈਰੇਟਿਵ ਸੈੱਟ ਕਰਨ ਤੋਂ ਬਾਅਦ ਉਹਨਾਂ ਨਾਲ ਧੱਕਾ ਕਰੋ, ਉਹਨਾਂ ਨਾਲ ਜ਼ਬਰ ਕਰੋ, ਉਹਨਾਂ ਦਾ ਖੂਨ ਖਰਾਬਾ ਕਰੋ, ਉਹਨਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਤੁਸੀਂ ਜੇਲ੍ਹਾਂ 'ਚ ਸਿੱਟ ਦਿਓ। ਕਾਨੂੰਨ ਤਾਂ ਇਸ ਮੁਲਕ ਦੇ ਵਿੱਚ ਕੋਈ ਹੈ ਹੀ ਨਹੀਂ। ਤੋਂ ਲੇਕਿਨ ਜਦੋਂ ਆਈ ਗੱਲ ਹੁਣ ਚੀਨ ਦੀ, ਮੋਦੀ ਸਾਹਿਬ ਨੇ ਜਿੰਨੀਆਂ 2-3 ਸਟੇਟਮੈਂਟਾਂ ਦਿੱਤੀਆਂ, ਚੀਨ ਦਾ ਨਾਂ ਹੀ ਨਹੀਂ ਲਿਆ। ਚਾਹੇ ਉੱਥੇ ਜਾ ਕੇ ਵੀ ਦਿੱਤੀਆਂ, ਉੱਥੇ ਜਾ ਕੇ ਵੀ ਜਿਹੜੀ ਆਪਣੀ ਸਾਰੀ ਸਟੇਟਮੈਂਟ ਦਿੱਤੀ ਆ ਉਹਦੇ ਚੀਨ ਦਾ ਨਾਂ ਹੀ ਨਹੀਂ, ਹਿੰਮਤ ਹੀ ਨਹੀਂ ਹੈ ਚੀਨ ਦਾ ਨਾਂ ਦੇਣ। ਤੋ ਤਕੜੇ ਦਾ, ਪੰਜਾਬੀ 'ਚ ਇੱਕ ਕਹਾਵਤ ਆ, ਪਿੰਡਾਂ ਦੇ ਵਿੱਚ ਆਮ ਲੋਕ ਜਾਣਦੇ ਆ, ਤਕੜੇ ਦਾ 37 ਵੀਹੀਂ 100 ਆ। ਅਸੀਂ ਕਮਜ਼ੋਰ ਹਾਂ,
ਸਾਡੇ ਕੋਲ ਸਿਆਸੀ ਤਾਕਤ ਨਹੀਂ ਹੈ, ਸਾਡੇ ਕੋਲ ਹੋਰ ਕਿਸਮ ਦੇ ਸਾਧਨ ਨਹੀਂ ਹੈ ਜਿਨ੍ਹਾਂ ਸਾਧਨਾਂ ਦੇ ਨਾਲ, ਜਿਸ ਤਾਕਤ ਦੇ ਨਾਲ ਅਸੀਂ ਇਹਨਾਂ ਲੋਕਾਂ ਦਾ ਮੁਕਾਬਲਾ ਕਰ ਸਕੀਏ। ਤੋ ਲੇਕਿਨ ਹਿੰਦੁਸਤਾਨ ਦਾ ਕਾਨੂੰਨ ਆ ਉਹ ਕਿਸੇ ਢੰਗ ਨਾਲ, ਚਾਹੇ ਪਾਣੀਆਂ ਦੇ ਇਸ਼ੂ ਦੇ ਉੱਤੇ ਲੈ ਲਓ, ਚਾਹੇ ਜ਼ਮੀਨਾਂ ਦੂਸਰੇ ਸੂਬਿਆਂ ਦੇ ਵਿੱਚ, ਚਾਹੇ ਰਾਜਸਥਾਨ 'ਚ ਖਰੀਦੀਆਂ, ਚਾਹੇ ਤੁਸੀਂ ਜਾ ਕੇ ਗੁਜਰਾਤ 'ਚ ਖਰੀਦੀਆਂ, ਯੂਪੀ 'ਚ ਖਰੀਦੀਆਂ, ਉੱਥੇ ਸਿੱਖਾਂ ਦੇ ਮਤਲਬ ਸਿਰਾਂ ਤੇ ਦਿਨ ਰਾਤ, ਉਹ ਕਹਿੰਦੇ ਨਾ ਇੱਕ ਇੰਗਲਿਸ਼ ਦੇ ਵਿੱਚ ਡੋਮੋਕਲੀਜ਼ ਸਵੋਰਡ, ਉੱਤੇ ਤਲਵਾਰ ਲਟਕ ਰਹੀ ਹੈ। ਉਹਨਾਂ ਨੂੰ ਰਾਤਾਂ ਨੂੰ ਵਿਚਾਰਿਆਂ ਨੂੰ ਨੀਂਦ ਨਹੀਂ ਆਉਂਦੀ। ਇੱਥੇ ਪਿੱਛੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਵੀ ਸਾਡਾ ਕੋਈ ਕਿਹੜਾ ਪਿੰਡ ਸੀ ਕਿਹੜਾ ਨਹੀਂ। ਉਹ ਸਾਰਾ ਕੁਝ ਵੇਚ ਕੇ ਇਹਨਾਂ ਪਿੰਡਾਂ ਦੇ ਵਿੱਚੋਂ ਥੋੜ੍ਹੇ ਬਹੁਤੇ ਜੋ ਪੈਸੇ ਉਹਨਾਂ ਦੇ ਪੱਲੇ ਪਏ ਸੀ, ਉਹ ਜਾ ਕੇ ਉਹਨਾਂ ਨੇ ਉੱਥੇ ਜ਼ਮੀਨਾਂ ਖਰੀਦੀਆਂ, ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਅੱਜ ਉਹਨਾਂ ਨੂੰ ਵਿਚਾਰਿਆਂ ਨੂੰ ਉਜਾੜਿਆ ਜਾ ਰਿਹਾ ਇਹ ਨੈਰੇਟਿਵ ਕਹਿ ਕੇ ਕਿ ਇਹ ਲੋਕ ਅਨਰੀਜ਼ਨੇਬਲ ਆ, ਇਹ ਲੋਕ ਧੱਕਾ ਕਰਦੇ ਆ ਜਿਹੜੇ ਸਿੱਖ ਆ, ਔਰ ਧੱਕਾ ਕਰਕੇ ਇਹਨਾਂ ਨੇ ਉੱਥੋਂ ਦੇ ਮਜ਼ਲੂਮ ਲੋਕਾਂ ਤੋਂ ਜ਼ਮੀਨ ਖੋਹ ਕੇ ਆਪਣੇ ਕਬਜ਼ੇ 'ਚ ਕੀਤੀ ਵੀ ਹੈ। ਇਸ ਕਿਸਮ ਦੀ ਦਲੀਲ ਚਾਹੇ ਤੁਸੀਂ ਗੁਜਰਾਤ 'ਚ ਲੈ ਲਓ, ਚਾਹੇ ਤੁਸੀਂ ਰਾਜਸਥਾਨ 'ਚ ਲੈ ਲਓ, ਚਾਹੇ ਤੁਸੀਂ ਇਸੇ ਤਰੀਕੇ ਨਾਲ ਯੂਪੀ 'ਚ ਲੈ ਲਓ, ਸਿੱਖਾਂ ਨੂੰ ਉਜਾੜਨ ਦੇ ਲਈ ਇਸ ਕਿਸਮ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ। ਪਹਿਲਾਂ ਤਾਂ ਉਹਨਾਂ ਨੂੰ ਬਦਨਾਮ ਕਰੋ, ਪਹਿਲਾਂ ਉਹਨਾਂ ਨੂੰ ਇਸ ਕਿਸਮ ਦਾ ਪ੍ਰੋਪੇਗੈਂਡਾ ਉਹਨਾਂ ਦੇ ਖਿਲਾਫ ਕਰੋ ਕਿ ਜੀ ਇਹ ਤਾਂ ਬਹੁਤ ਇਰੈਸ਼ਨਲ ਅਨਰੀਜ਼ਨੇਬਲ ਲੋਕ ਆ, ਔਰ ਉਸ ਤੋਂ ਬਾਅਦ ਫਿਰ ਉਹਨਾਂ ਤੋਂ ਜਿੰਨਾ ਤੁਸੀਂ ਜ਼ੋਰਾ ਜ਼ਰਬੀ ਕਰ ਸਕਦੇ ਹੋ, ਜਿੰਨਾ ਉਹਨਾਂ 'ਤੇ ਵਿਚਾਰਿਆਂ 'ਤੇ ਜ਼ੁਲਮੋ ਸਿਤਮ ਕਰ ਸਕਦੇ ਹੋ, ਜੇਲ੍ਹਾਂ 'ਚ ਸਿੱਟ ਦਿਓ, ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਣਗੀਆਂ। ਇਹ ਅਣਮਨੁੱਖੀ ਢੰਗ ਤੁਸੀਂ ਅਡਾਪਟ, ਸਰਕਾਰ ਦੇ ਕੋਲ ਬਹੁਤ ਸਾਰੇ ਇਸ ਕਿਸਮ ਦੇ ਤਰੀਕੇ ਹੁੰਦੇ ਆ, ਪੁਲਿਸ ਉਹਨਾਂ ਦੇ ਹੱਥ ਵਿੱਚ ਹੁੰਦੀ ਆ, ਔਰ ਤੁਸੀਂ ਦੇਖੋ ਵੀ ਉਸ ਕਿਸਮ ਦੀ ਪੁਲਿਸ ਜਿਹੜੀ ਮਤਲਬ ਇਸ ਕਿਸਮ ਦੇ ਐਨਕਾਊਂਟਰ ਕਰਦੀ ਆ ਜਿਹਦੀ ਕੋਈ ਰੈਸ਼ਨੈਲਿਟੀ ਨਹੀਂ, ਜਿਹਦੀ ਕੋਈ ਕਾਨੂੰਨ ਦੇ ਅਧੀਨ ਉਹਦੀ ਕੋਈ ਸੈਂਕਟਿਟੀ ਹੋਈ ਨਹੀਂ। ਔਰ ਜੋਗੀ ਸਾਹਿਬ ਤਾਂ ਓਪਨਲੀ ਕਹਿ ਰਿਹਾ ਵੀ ਮੈਂ ਤਾਂ ਐਨਕਾਊਂਟਰ ਕਰੂੰਗਾ। ਇਸੇ ਤਰੀਕੇ ਨਾਲ ਹੁਣ ਤਾਮਿਲਨਾਡੂ 'ਚ ਇੱਕ ਪਿਓ ਪੁੱਤ ਨੂੰ ਮਾਰਤਾ, ਉੱਥੇ ਬੜਾ ਵਾਹ-ਬਰੋਲਾ ਖੜਾ ਹੋਇਆ ਕਿਉਂਕਿ ਤਾਮਿਲਨਾਡੂ ਦੇ ਲੋਕ ਜਾਗਰੂਕ ਆ, ਪੜ੍ਹੇ ਲਿਖੇ ਆ, ਸੂਝਵਾਨ ਆ, ਸਮਝਦਾਰ ਆ। ਲੇਕਿਨ ਸਾਡੀ ਤਾਂ ਕੋਈ ਸੁਣਵਾਈ ਨਹੀਂ, ਸਿੱਖਾਂ ਦੀ ਕਿਸੇ ਕਿਸਮ ਦੀ ਕਿਸੇ ਜਗ੍ਹਾ ਕੋਈ ਸੁਣਵਾਈ ਨਹੀਂ। ਸਾਡੇ ਤੇ ਚਾਰੇ ਪਾਸਿਓਂ ਜ਼ੁਲਮੋ ਸਿਤਮ ਹੋਇਆ, ਨੈਰੇਟਿਵ ਸੈੱਟ ਕੀਤਾ, ਸਾਨੂੰ ਬਦਨਾਮ ਕੀਤਾ, ਸਾਨੂੰ ਇਸ ਕਿਸਮ ਦਾ ਪ੍ਰੋਜੈਕਟ ਕੀਤਾ ਗਿਆ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਅਸੀਂ ਇਰੈਸ਼ਨਲ ਆ, ਅਸੀਂ ਅਨਰੀਜ਼ਨੇਬਲ ਆ, ਅਸੀਂ ਵਾਇਲੈਂਟ ਆ, ਅਸੀਂ ਟੈਰਰਿਸਟ ਆ, ਅਸੀਂ ਮਿਲੀਟੈਂਟ ਆ। ਕੋਈ ਇਸ ਕਿਸਮ ਦਾ ਸ਼ਬਦ ਹੀ ਨਹੀਂ ਛੱਡਿਆ ਗਿਆ ਜਿਹੜਾ ਸਿੱਖਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ। ਤੋ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਇਹ ਬੜੀ ਘਿਨਾਉਣੀ ਹੈ। ਇਸ ਦੀ ਹੁਣ ਦੇਖੋ ਕੀ ਹੋ ਰਿਹਾ। ਇੱਕ ਬੜਾ ਮੈਂ ਇੰਟਰਸਟਿੰਗ ਆਰਟੀਕਲ ਪੜ੍ਹਿਆ, 2-3 ਦਿਨ ਹੋ ਗਏ। ਉਹ ਆਰਟੀਕਲ ਸੀ ਕਿ ਇਹ ਜਿਹੜਾ ਝਗੜਾ ਹੋਇਆ ਇਹ ਦੋ ਸਿਵਲਾਈਜੇਸ਼ਨਲ ਝਗੜਾ ਹੈ, ਚਾਣਕਿਆ ਵਰਸਸ ਕਨਫਿਊਸ਼ੀਅਸ। ਜਿਹੜਾ ਕਨਫਿਊਸ਼ੀਅਸ ਆ ਉਹ ਥਿੰਕਰ ਸੀ ਬਹੁਤ ਬੜਾ ਚਾਈਨਾ ਦਾ। ਚਾਣਕਿਆ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਆ, ਕੌਟਿਲਿਆ ਉਹਨੂੰ ਕਹਿ ਦਿੰਦੇ ਆ। ਅਰਥ ਸ਼ਾਸਤਰ ਜਿਹੜਾ ਲਿਖਿਆ ਇੰਡੀਅਨ ਹਿੰਦੂ ਪੋਲਿਟੀ ਦਾ ਜਿਹੜਾ ਅਰਥ ਸ਼ਾਸਤਰ ਲਿਖਿਆ ਉਸ ਦਾ ਆਥਰ। ਤੋ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕਲੈਸ਼ ਆ, ਕਨਫਲਿਕਟ ਆ, ਕੰਟਰਡਿਕਸ਼ਨ ਹੈ, ਲੜਾਈ ਹੈ, ਝਗੜਾ ਹੈ। ਤੋ ਕੌਣ ਜਿੱਤੇਗਾ ਤੁਹਾਡੇ ਸਾਹਮਣੇ ਆ, ਕੌਣ ਜਿੱਤੇਗਾ। ਦੋ ਸਿਵਲਾਈਜੇਸ਼ਨਸ, ਜਿਹੜੀ ਮਾੜੀ ਸਿਵਲਾਈਜੇਸ਼ਨ ਆ ਉਹ ਖਤਮ ਹੋ ਜਾਏਗੀ। ਮੈਂ ਇੱਥੇ ਇੱਕ ਖਾਸ ਤੌਰ ਤੇ ਮਿਸਾਲ ਦੇਣੀ ਚਾਹੁੰਦਾ। ਬਹੁਤ ਪਾਵਰਫੁਲ ਬੁੱਕ ਲਿਖੀ ਸੀ ਕਲੈਸ਼ ਆਫ ਸਿਵਲਾਈਜੇਸ਼ਨ, ਹੰਟਿੰਗਟਨ ਦੀ। ਸੈਮੂਅਲ ਹੰਟਿੰਗਟਨ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਸੀ। ਉਹ 2-3 ਸਾਲ ਹੋ ਗਏ, ਉਹਦੀ ਵਿਚਾਰੇ ਦੀ ਡੈਥ ਹੋ ਗਈ। ਉਸ ਦੀ ਬਹੁਤ ਹੀ ਚਰਚਿਤ, ਬਹੁਤ ਮਸ਼ਹੂਰ ਕਿਤਾਬ ਆ ਜਿਸ ਦਾ ਟਾਈਟਲ ਆ ਕਲੈਸ਼ ਆਫ ਸਿਵਲਾਈਜੇਸ਼ਨਸ। ਉਸ ਨੇ ਇੱਕ ਥੀਸਿਸ ਲਿਖਿਆ ਕਿ ਦੁਨੀਆ ਦੇ ਵਿੱਚ 7 ਸਿਵਲਾਈਜੇਸ਼ਨ ਸੀਗੀ ਔਰ ਹੁਣ ਉਹ 5 ਸਿਵਲਾਈਜੇਸ਼ਨਸ ਰਹਿ ਗਈਆਂ। ਬੜੀ ਤਾਕਤਵਰ ਸਿਵਲਾਈਜੇਸ਼ਨ ਨੇ ਜਿਹੜੀਆਂ ਕਮਜ਼ੋਰ ਤੇ ਛੋਟੀਆਂ ਜਿਹੜੀਆਂ ਸਿਵਲਾਈਜੇਸ਼ਨਸ ਆ ਉਹਨਾਂ ਨੂੰ ਹੜੱਪ ਕਰ ਲੈਣਾ, ਉਹਨਾਂ ਨੂੰ ਖਤਮ ਕਰ ਦੇਣਾ, ਉਹਨਾਂ ਤੇ ਵਾਇਲੈਂਸ ਕਰਨੀ ਆ, ਉਹਨਾਂ ਤੇ ਤਸ਼ੱਦਦ ਕਰਨਾ। ਤੋ ਅੱਜ 2 ਸਿਵਲਾਈਜੇਸ਼ਨਸ ਦੀ ਲੜਾਈ ਆ, ਚੀਨ ਤੇ ਦੂਸਰੇ ਪਾਸੇ ਇੰਡੀਆ ਦੀ ਜਿਹੜੀ ਪੋਲਿਟੀ ਹੈ ਉਸ ਦਾ ਆਥਰ ਹੈ ਕੌਟਿਲਿਆ ਜਾਂ ਚਾਣਕਿਆ ਔਰ ਉਸ ਅਰਥ ਸ਼ਾਸਤਰ ਹੈ। ਔਰ ਦੂਸਰੇ ਪਾਸੇ ਜਿਹੜਾ ਕਨਫਿਊਸ਼ੀਅਸ ਹੈ ਔਰ ਉਹ ਹੈਗਾ ਥਿੰਕਰ ਬਹੁਤ ਬੜਾ। ਸਾਰੀ ਜਿਹੜੀ ਫਿਲਾਸਫੀ ਔਰ ਕੀ ਕਹਿ ਰਿਹਾ ਦੇਖੋ। ਮਾਓ ਤੁੰਗ ਨੇ ਇੱਕ ਗੱਲ ਕਹੀ ਆ ਜਿਹੜੀ ਬੜੀ ਚਰਚਿਤ ਹੋਈ ਉਸ ਵੇਲੇ। ਉਹ ਕੀ ਗੱਲ ਉਹਨੇ ਕਹੀ ਆ ਕਿ ਪਾਵਰ ਕਮਸ ਥਰੂ ਦੀ ਬੈਰਲ ਆਫ ਗਨ। ਤਾਕਤ ਜਿਹੜੀ ਦੁਨੀਆ ਦੇ ਵਿੱਚ ਆਏਗੀ
ਉਹ ਬੰਦੂਕ ਦੀ ਨੋਕ ਦੇ ਵਿੱਚੋਂ ਹੀ ਆਏਗੀ। ਇਹ ਗੱਲ ਉਸਨੇ ਰਿਪੀਟਡਲੀ ਕਹੀ। ਉਸੇ ਆਧਾਰ ਦੇ ਉੱਤੇ ਅੱਜ ਚਾਈਨਾ ਨੇ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਤਾਕਤਵਰ ਮਿਲਟਰੀ ਬਣਾ ਲਈ ਆ ਔਰ ਉਸ ਦੇ ਵਿੱਚ ਇਸ ਕਿਸਮ ਦੇ ਹਥਿਆਰ ਬਣਾਏ ਆ ਜਿਨ੍ਹਾਂ ਨੂੰ ਇੰਡੀਆ ਵਾਲੇ ਸਮਝ ਹੀ ਨਹੀਂ ਸਕਦੇ। ਅੱਜ ਮੋਦੀ ਸਾਹਿਬ ਜਿਹੜੀ ਲਾਲ ਅੱਖ ਦੀ ਗੱਲ ਕਰਦੇ ਸੀ ਡਾਕਟਰ ਮਨਮੋਹਨ ਸਿੰਘ ਦੇ ਪੀਰੀਅਡ ਦੇ ਵਿੱਚ, ਉਹ ਲਾਲ ਅੱਖ ਪਤਾ ਹੀ ਨਹੀਂ ਕਿੱਧਰ ਨੂੰ ਗਈ। 56 ਇੰਚ ਦੀ ਛਾਤੀ ਪਤਾ ਨਹੀਂ ਕਿੱਧਰ ਨੂੰ ਉੜ ਗਈ। ਤੋਂ ਇਸੇ ਤਰੀਕੇ ਦੀ ਗੱਲ ਚੀਨ ਦਾ ਨਾਂ ਲੈਣ ਤੋਂ ਕੰਬਦੇ ਆ। ਹਾਲਾਂਕਿ ਉਹਨਾਂ ਨੇ 60 ਸਕੁਅਰ ਕਿਲੋਮੀਟਰ ਏਰੀਆ ਹੜੱਪ ਲਿਆ ਇੰਡੀਆ ਦਾ, ਸ਼ਰੇਆਮ ਹੜੱਪ ਲਿਆ ਔਰ ਉੱਥੇ ਬੰਕਰਸ ਬਣਾ ਲਏ ਆ, ਕੰਕਰੀਟ ਦੇ ਬੰਕਰ ਬਣਾ ਲਏ ਆ, ਸੁਰੰਗਾਂ ਬਣਾ ਲਈਆਂ, ਬੜੇ ਵੱਡੇ ਹਥਿਆਰਬੰਦ ਉੱਤੇ ਫੌਜੀ ਖੜੇ ਕਰ ਲਏ। ਫੌਜ ਇਹਨਾਂ ਨੇ ਵੀ ਖੜੀ ਕੀਤੀ ਆ, ਪਰ ਇਹਨਾਂ ਦੀ ਜਿਹੜੀ ਫੌਜ ਆ ਉਸ ਦੇ ਵਿੱਚ ਹਿੰਮਤ ਨਹੀਂ ਹੈ, ਤਾਕਤ ਨਹੀਂ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿੱਤ ਸਕਣ ਔਰ ਉਹਨਾਂ ਤੋਂ ਉਹ ਜਿਹੜੀ ਟੈਰੀਟਰੀ ਆ ਉਸ ਨੂੰ ਵਾਪਸ ਲੈ ਸਕਣ। ਅੱਜ ਕੋਈ ਫੇਸ ਸੇਵਿੰਗ ਮੰਗ ਰਹੇ ਆ। ਦੇਖੋ ਆਇਰਨੀ, ਜਿਹੜੀ ਕੁਦਰਤ ਦੀ ਵੀ ਆਇਰਨੀ ਹੁੰਦੀ ਹੈ ਨਾ, ਜਿਸ ਤਰੀਕੇ ਦੀ ਬਿਟਰੇਲ ਨਹਿਰੂ ਤੇ ਗਾਂਧੀ ਨੇ ਸਿੱਖਾਂ ਨਾਲ ਕੀਤੀ, ਪ੍ਰੋਮਿਸਿਸ ਕਰਕੇ ਪ੍ਰੀ ਪਾਰਟੀਸ਼ਨ ਪੀਰੀਅਡ ਦੇ ਵਿੱਚ ਉਹਨਾਂ ਨੇ ਪ੍ਰੋਮਿਸਿਸ ਕੀਤੇ ਕਿ ਅਸੀਂ ਤੁਹਾਨੂੰ ਐਸਾ ਖਿੱਤਾ ਦੇਵਾਂਗੇ ਜਿਸ ਖਿੱਤੇ ਦੇ ਵਿੱਚ ਤੁਸੀਂ ਵੀ ਗਲੋ ਆਫ ਫਰੀडम ਉਹਦਾ ਆਨੰਦ ਲੈ ਸਕੋਗੇ। ਲੇਕਿਨ ਜਦੋਂ ਬਾਅਦ ਦੇ ਵਿੱਚ ਸਾਡੇ ਨਾਲ ਹਰ ਲੈਵਲ ਤੇ ਵਿਤਕਰੇ ਕਰਨੇ ਸ਼ੁਰੂ ਕੀਤੇ ਤਾਂ ਜਾ ਕੇ ਆਪਣੇ ਮਾਸਟਰ ਤਾਰਾ ਸਿੰਘ ਨੇ ਪੰਡਿਤ ਜੀ ਨੂੰ ਯਾਦ ਕਰਾਇਆ ਵੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ। ਗਾਂਧੀ ਨੇ ਸ਼ੀਸ਼ਗੰਜ ਗੁਰਦੁਆਰੇ ਵਿੱਚ ਆ ਪ੍ਰੋਮਿਸ ਸਾਡੇ ਨਾਲ ਕੀਤਾ ਸੀ, ਤੁਸੀਂ ਇਹ ਗੱਲ ਕਹੀ ਸੀ ਕਲਕੱਤੇ ਦੇ ਵਿੱਚ ਔਰ ਉਹ ਰਿਪੋਰਟ ਹੋਈ ਵੀ ਉਸ ਵੇਲੇ ਦੇ ਅਖਬਾਰਾਂ ਦੇ ਵਿੱਚ। ਤਾਂ ਉਸ ਦੇ ਉੱਤੇ ਨਹਿਰੂ ਕਹਿਣ ਲੱਗਿਆ ਹੁਣ ਵਕਤ ਬਦਲ ਗਿਆ। ਲੇਕਿਨ ਜਦੋਂ ਚੀਨ ਦੇ ਨਾਲ ਝਗੜਾ ਹੋਇਆ ਉਦੋਂ ਵਕਤ ਉਹੀ ਸੀ। ਇਹ ਆਇਰਨੀ ਹੈ ਫੇਟ ਦੀ। ਉਸ ਦੁਕਾਨ ਦੇ ਵਿੱਚ ਜਦੋਂ ਮੂੰਹ ਤੇ ਬਹੁਤ ਵੱਡੀ ਚਪੇੜ ਵੱਜੀ ਵੱਡੀ ਤਾਕਤ ਵੱਲੋਂ, ਚੀਨ ਵੱਲੋਂ, ਤਾਂ ਦਿਲ ਟੁੱਟ ਗਿਆ ਤੇ ਉਸ ਹਾਰਟ ਅਟੈਕ ਦੇ ਨਾਲ ਹੀ ਮੌਤ ਹੋ ਗਈ ਤੜਫ ਤੜਫ ਕੇ। ਕਿਉਂਕਿ ਕੁਦਰਤ ਦਾ ਵੀ ਕੋਈ ਅਸੂਲ ਹੈ, ਪਰਮਾਤਮਾ ਦਾ ਵੀ ਉਸ ਨੇਚਰ ਦਾ ਵੀ ਕੋਈ ਅਸੂਲ ਹੈ। ਜਦੋਂ ਤੁਸੀਂ ਕਿਸੇ ਆਪ ਤੋਂ ਕਮਜ਼ੋਰ ਬੰਦੇ ਨਾਲ ਜ਼ਾਤੀ ਕਰਦੇ ਹੋ ਤਾਂ ਜਿਹੜੀ ਕੁਦਰਤ ਆ ਜਾਂ ਰੱਬ ਆ ਜਾਂ ਪਰਮਾਤਮਾ ਹੈ ਉਹਦਾ ਵੀ ਕੋਈ ਇਨਸਾਫ ਹੈ। ਇਸੇ ਤਰੀਕੇ ਦੇ ਨਾਲ ਮੋਦੀ ਸਾਹਿਬ ਨੇ ਮੌਬ ਲਿੰਚਿੰਗ ਕੀਤੀ ਹੈ ਨਿਰਦੋਸ਼ ਲੋਕਾਂ ਦੀ ਔਰ ਉਸ ਮੌਬ ਲਿੰਚਿੰਗ ਤੇ ਇੱਕ ਸ਼ਬਦ ਮੂੰਹ ਚੋਂ ਨਹੀਂ ਨਿਕਲਿਆ। ਆ ਹੁਣ ਜਿਹੜੇ ਜੋ ਰਾਇਟਸ ਇਹ ਕਹਿ ਰਹੇ ਨਾ ਮੁਸਲਮਾਨਾਂ ਤੇ ਹਿੰਦੂਆਂ ਦੇ ਜੋ ਹੋਏ ਆ, ਉਹ ਰਾਇਟਸ ਥੋੜ੍ਹੇ ਹੋਏ ਆ, ਤਾਂ ਸ਼ਰੇਆਮ ਪਲੈਨਡ ਤਰੀਕੇ ਦੇ ਨਾਲ ਮੁਸਲਮਾਨਾਂ ਤੇ ਤਸ਼ੱਦਦ ਹੋਇਆ। ਜਿੰਨੇ ਬੰਦੇ ਫੜੇ ਗਏ ਸਾਰੇ ਮੁਸਲਮਾਨ, ਇੱਕ ਵੀ ਉਹਦੇ ਚ ਨॉन ਮੁਸਲਿਮ ਨਹੀਂ ਹੈ। ਔਰ ਜਿਸ ਕਿਸਮ ਦੀਆਂ ਪ੍ਰੋਵੋਕੇਟਿਵ ਸਟੇਟਮੈਂਟਾਂ ਦਿੱਤੀਆਂ ਔਰ ਜ਼ਿੰਮੇਵਾਰ ਜਿਹੜੇ ਮਿਨਿਸਟਰ ਹੈ ਉਹਨਾਂ ਨੇ ਸਟੇਟਮੈਂਟਾਂ ਦੀਆਂ ਗੋਲੀ ਮਾਰੋ ਸਾਲੋਂ ਕੋ। ਇਸ ਕਿਸਮ ਦੀ ਕੋਈ ਮਤਲਬ ਗੈਰ ਜ਼ਿੰਮੇਵਾਰਾਨਾ ਅਣਮਨੁੱਖੀ ਸਟੇਟਮੈਂਟ ਇੱਕ ਮਿਨਿਸਟਰ ਦੇਵੇ, ਜਿਹੜਾ ਸੈਂਟਰ ਦੇ ਵਿੱਚ ਮਿਨਿਸਟਰ ਹੋਵੇ, ਬਹੁਤ ਹੀ ਦੁਖਦਾਈ ਗੱਲ ਆ। ਪਰ ਰੱਬ ਸੁਣ ਰਿਹਾ, ਪਰਮਾਤਮਾ ਦੇਖ ਰਿਹਾ ਇਸ ਗੱਲ ਨੂੰ। ਉਸ ਦੀ ਨਜ਼ਰ ਜਿਹੜੀ ਆ ਉਹ ਸਭ ਦੇ ਉੱਤੇ ਉਸੇ ਕਿਸਮ ਦੀ ਆ। ਉਸ ਦੇ ਵਿੱਚ ਕੋਈ ਪੱਖਪਾਤ, ਉੱਚ ਨੀਚ, ਕਾਟਾ ਵਾਧਾ ਨਹੀਂ ਹੋ ਸਕਦਾ। ਤੋ ਅੱਜ ਜਿਹੜੇ ਹੈ ਜਦੋਂ ਹੈ ਇਹ ਛਾਪ ਛੱਡਣੀ ਚਾਹੁੰਦੇ ਸੀ ਮੋਦੀ ਸਾਹਿਬ ਕਿ ਹਿੰਦੁਸਤਾਨ ਦਾ ਇੱਕ ਮੈਂ ਐਸਾ ਪ੍ਰਾਈਮ ਮਿਨਿਸਟਰ ਬਣ ਕੇ ਆਇਆ, ਬੜਾ ਸਟਰੋਂਗ ਆ, ਬੜਾ ਇਫੈਕਟਿਵ ਆ, ਬੜਾ ਮਤਲਬ ਸਾਰੀ ਦੁਨੀਆ ਦੇ ਵਿੱਚ ਇੱਕ ਕਿਸਮ ਦਾ ਮੈਂ ਛਾਪ ਇਤਿਹਾਸਿਕ ਤੌਰ ਦੇ ਉੱਤੇ ਛੱਡ ਜਾ। ਪਰ ਉਹ ਲੱਗਦੀ ਨਹੀਂ ਗੱਲ ਇਸ ਤਰ੍ਹਾਂ ਪੋਸੀਬਲ ਹੋਏਗੀ। ਕੁਦਰਤ ਨੂੰ ਜਿਹੜਾ ਬੰਦਾ ਡਿਫਾਈ ਕਰਦਾ, ਰੱਬ ਨੂੰ ਜਿਹੜਾ ਬੰਦਾ ਡਿਫਾਈ ਕਰਦਾ, ਉਹਦੇ ਬਹੁਤ ਭਿਆਨਕ ਨਤੀਜੇ ਨਿਕਲਦੇ ਆ। ਤਾਂ ਮੈਨੂੰ ਲੱਗਦਾ ਉਸੇ ਤਰੀਕੇ ਦੇ ਨਾਲ ਫਸ ਚੁੱਕੇ ਆ ਮੋਦੀ ਸਾਹਿਬ ਜਿਸ ਤਰੀਕੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਫਸਿਆ ਸੀਗਾ। ਤਾਂ ਇਸ ਉਲਝਣ ਚੋਂ ਨਿਕਲਣਾ ਬੜਾ ਮੁਸ਼ਕਿਲ ਹੈ, ਕਿਉਂਕਿ ਜਿਹੜਾ ਦੂਜੇ ਪਾਸੇ ਹੈ ਉਹ ਬਹੁਤ ਤਾਕਤਵਰ ਹੈ, ਉਸ ਦੇ ਕੋਲ ਬਹੁਤ ਵੱਡੇ ਸਾਧਨ ਆ, ਉਸ ਦੇ ਕੋਲ ਬਹੁਤ ਵੱਡਾ ਅੱਜ ਸਰਮਾਇਆ ਹੈ। ਉਹ ਚੁੱਪ ਚਪੀਤੇ ਆਪਣੇ ਥਿੰਕਰਸ ਦੇ ਕਿਹਾਂ ਦੇ ਮੁਤਾਬਕ ਆਪਣੀ ਤਾਕਤ ਵਧਾਉਂਦੇ ਰਹੇ ਆ ਔਰ ਉਸ ਜੇ ਲੜਾਈ ਹੋਈ ਇਸ ਮੁਲਕ ਦੇ ਲਈ ਬੜੇ ਭਿਆਨਕ ਨਤੀਜੇ ਨਿਕਲਣਗੇ ਹਰ ਪਹਿਲੂ ਤੋਂ, ਪੋਲੀਟੀਕਲ ਲੈਵਲ ਤੇ, ਇਕਨੋਮਿਕ ਲੈਵਲ ਤੇ, ਮਿਲਟਰੀ ਲੈਵਲ ਤੇ, ਟੈਰੀਟੋਰੀਅਲ ਲੈਵਲ ਤੇ। ਸੋ ਮੇਰਾ ਕਹਿਣਾ ਇਹੀ ਆ ਕਿ ਮਹਾਰਾਜ ਮੇਰੀ ਕੌਮ ਨੂੰ ਸਮੱਤ ਦੇਵੇ ਕਿ ਉਹ ਦੁਸ਼ਮਣ ਦੇ ਨੈਰੇਟਿਵ ਨੂੰ ਸਮਝ ਸਕੇ ਔਰ ਉਸ ਨੈਰੇਟਿਵ ਦੀ ਛਾਣਬੀਨ ਕਰਕੇ ਉਸ ਨੂੰ ਸਹੀ ਢੰਗ ਦੇ ਨਾਲ ਸਮਝ ਕੇ ਆਪਣੀ ਮਾਨਸਿਕਤਾ ਦੇ ਵਿੱਚ ਪਾਵੇ ਔਰ ਆਪਣੀ ਵਿਚਾਰਧਾਰਾ ਚਲਾ ਕੇ ਲੋਕਾਂ ਨੂੰ ਉਸ ਬਾਰੇ ਸੁਚੇਤ ਕਰੇ, ਗੰਭੀਰ ਕਰੇ।
ਤੋ ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰੇ ਸਾਡੀ ਕੌਮ ਦੇ ਉੱਤੇ, ਸਾਡੇ ਲੋਕਾਂ ਦੇ ਉੱਤੇ, ਕਿ ਉਹਨਾਂ ਨੂੰ ਇਸ ਗੱਲ ਬਾਰੇ ਸੂਝ ਬੂਝ ਆ ਜਾਏ।